माथ। जुगल चरण मम बंदना, धर पार धर कार माथ। परम सन्मानयोग सतगुरां दी साजी निवाजी गुरु प्यारी गुरु रूप खालसा साध संगत जीओ, ਵੱਡਿਆਂ ਭਾਗਾਂ ਵਾਲੇ ਹਾਂ ਜੋ ਰੋਜ਼ਾਨਾ ਦੀ ਤਰ੍ਹਾਂ ਦੀਨ ਦੁਨੀਆ ਦੇ ਮਾਲਕ ਹਲਤ ਪਲਤ ਦੇ ਰਖਵਾਲੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਤਿੰਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਕਰਕੇ ਰਹਿਰਾਸ ਸਾਹਿਬ ਜੀ ਦੇ ਪਾਠ ਪ੍ਰੇਮ ਸਹਿਤ ਸਰਵਣ ਕੀਤੇ ਹਨ। ਗੁਰੂ ਚਰਨਾਂ ਵਿੱਚ ਜੁੜ ਕਰਕੇ ਸਾਰੀ ਸੰਗਤ ਨੇ ਪ੍ਰੇਮ ਸਹਿਤ ਅਰਦਾਸ ਬੇਨਤੀ ਕੀਤੀ। ਹਜ਼ੂਰ ਨੇ ਕਿਰਪਾ ਕਰਕੇ ਪਾਵਨ ਪਵਿੱਤਰ ਮੁਖਵਾਕ ਬਖਸ਼ਿਸ਼ ਕਰਕੇ ਸਾਨੂੰ ਸਾਰਿਆਂ ਨੂੰ ਨਿਹਾਲ ਕੀਤਾ ਹੈ। ਆਓ ਚੱਲ ਰਹੀ ਗੁਰ ਇਤਿਹਾਸ ਦੀ ਲੜੀਵਾਰ ਕਥਾ ਨੂੰ ਵਿਚਾਰਨ ਤੋਂ ਪਹਿਲਾਂ ਸੁਰਤ ਨੂੰ ਸਤਿਗੁਰਾਂ ਦੇ ਚਰਨੀ ਜੋੜੀਏ, ਮਨ ਬਿਰਤੀਆਂ ਨੂੰ ਕਰੀਏ ਇਕਾਗਰ। ਪ੍ਰੇਮ ਸਹਿਤ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਵਿੱਚੋਂ ਪ੍ਰੇਮ ਸਹਿਤ ਪ੍ਰਸੰਗ ਸਰਵਣ ਕਰ ਰਹੇ ਸੀ ਕਿ ਜਿਸ ਵੇਲੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਪ੍ਰਚਾਰ ਯਾਤਰਾ ਤੋਂ ਬਾਅਦ ਆਪਣੇ ਨਗਰ ਵਾਪਸ ਆਏ ਨੇ। ਨਗਰ ਤੋਂ ਬਾਹਰ ਇੱਕ ਖੂਹ ਤੇ ਆ ਕੇ ਬੈਠ ਗਏ। ਇੱਥੇ ਕਿਵੇਂ ਮਾਤਾ ਪਿਤਾ ਜੀ ਦਾ ਮਿਲਾਪ ਹੋਇਆ ਆਪਾਂ ਪਿਛਲੇ ਦਿਨਾਂ ਵਿੱਚ ਸ਼ਰਵਣ ਕੀਤਾ ਹੈ। ਤੇ ਮਾਤਾ ਪਿਤਾ ਨੇ ਸਤਿਗੁਰੂ ਜੀ ਦੇ ਸਤਿਕਾਰਯੋਗ ਮਾਤਾ ਜੀ ਮਾਤਾ ਤ੍ਰਿਪਤਾ ਜੀਆਂ ਨੇ, ਤੇ ਸਤਿਗੁਰੂ ਜੀ ਦੇ ਸਤਿਕਾਰਯੋਗ ਪਿਤਾ ਮਹਿਤਾ ਕਾਲੂ ਜੀ ਨੇ ਜਗਤ ਦੇ ਮਾਲਕ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਬਹੁਤ ਵਾਰੀ ਇਹ ਵਚਨ ਕਹੇ ਕਿ ਇਹ ਪੁੱਤਰ ਜੀ ਬੜੇ ਚਿਰਾਂ ਤੋਂ ਬਾਅਦ ਤੁਸੀਂ ਘਰ ਵਾਪਸ ਆਏ ਹੋ। ਕਈ ਸਾਲ ਤੁਸੀਂ ਦੇਸ਼ ਵਿਦੇਸ਼ ਵਿੱਚ ਯਾਤਰਾ ਕਰਦੇ ਬਤੀਤ ਕਰ ਦਿੱਤੇ ਨੇ। ਇੰਨੇ ਚਿਰਾਂ ਬਾਅਦ ਘਰ ਵਾਪਸ ਆਏ ਹੋ, ਨਗਰ ਵਾਪਸ ਆਏ ਹੋ, ਪਰ ਘਰ ਜਾ ਨਹੀਂ ਤੁਸੀਂ ਰਹੇ। ਕਿਰਪਾ ਕਰੋ ਘਰ ਚੱਲਣਾ ਕਰੋ, ਸਾਡੇ ਘਰ ਵਿੱਚ ਬੈਠ ਕੇ ਸਾਨੂੰ ਸੁੱਖ ਦਿਓ। ਜਿਸ ਵੇਲੇ ਉਹਨਾਂ ਨੇ ਬਹੁਤ ਪ੍ਰੇਮ ਨਾਲ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਵਾਰ-ਵਾਰ ਇਹ ਵਚਨ ਕਹੇ, ਗੁਰੂ ਸਾਹਿਬ ਜੀ ਉਹਨਾਂ ਨਾਲ ਚੱਲ ਕੇ ਮਾਤਾ ਪਿਤਾ ਦੇ ਨਾਲ ਘਰ ਆ ਗਏ। ਸਾਰੇ ਨਗਰ ਦੇ ਲੋਕ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਮਿਲਣ ਵਾਸਤੇ ਆਏ ਤੇ ਲੋਕਾਂ ਕੋਲੋਂ ਹੀ ਸਤਿਗੁਰਾਂ ਨੂੰ ਪਤਾ ਲੱਗਿਆ ਕਿ ਗੁਰੂ ਸਾਹਿਬ ਜੀ ਦਾ ਸੇਵਕ ਤੇ ਇੱਥੋਂ ਦਾ ਜਿਹੜਾ ਮਾਲਕ ਸੀ ਇਸ ਇਲਾਕੇ ਦਾ ਰਾਏ ਬੁਲਾਰ, ਜਿਹੜਾ ਗੁਰੂ ਸਾਹਿਬ ਜੀ ਦਾ ਬਹੁਤ ਪਿਆਰਾ ਸੇਵਕ ਸੀ। ਰਾਏ ਬੁਲਾਰ ਵੀ ਸਤਿਗੁਰਾਂ ਨੂੰ ਪਤਾ ਲੱਗਿਆ ਕਿ ਇਸ ਵੇਲੇ ਚਲਾਣਾ ਕਰ ਚੁੱਕਿਆ ਹੈ। ਤੇ ਜਿਹੜਾ ਹਰਦਿਆਲ ਪ੍ਰੋਹਤ ਸੀ, ਜਿਹਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਜਨੇਊ ਪਾਉਣ ਦੀ ਕੋਸ਼ਿਸ਼ ਕੀਤੀ ਸੀ ਬਚਪਨ ਦੇ ਅੰਦਰ, ਪਰ ਜਦੋਂ ਗੁਰੂ ਸਾਹਿਬ ਜੀ ਨੇ ਉਹਨੂੰ ਉਪਦੇਸ਼ ਦਿੱਤਾ, ਉਹਨੂੰ ਸਮਝ ਆ ਗਈ ਕਿ ਜਿਹੜਾ ਜਨੇਊ ਗੁਰੂ ਨਾਨਕ ਸਾਹਿਬ ਚਾਹੁੰਦੇ ਨੇ ਉਹ ਮੇਰੇ ਕੋਲ ਹੈ ਨਹੀਂ। ਇਸ ਕਰਕੇ ਗੁਰੂ ਸਾਹਿਬ ਜੀ ਦਾ ਉਪਦੇਸ਼ ਸੁਣ ਕੇ ਉਹ ਵੀ ਨਿਹਾਲ ਹੋਇਆ ਸੀ। ਹਰਦਿਆਲ ਪੰਡਤ ਜਿਹੜਾ ਹੈ ਉਹ ਵੀ ਸਤਿਗੁਰਾਂ ਨੂੰ ਪਤਾ ਲੱਗਿਆ ਕਿ ਸੰਸਾਰ ਤੋਂ ਕੂਚ ਕਰ ਗਿਆ ਹੈ। ਜਿਹੜਾ ਮੁਲਾਣਾ ਗੁਰੂ ਸਾਹਿਬ ਨੂੰ ਬਚਪਨ ਵਿੱਚ ਪੜ੍ਹਾਉਣ ਵਾਸਤੇ ਲੱਗਿਆ ਸੀ ਉਹ ਵੀ ਸੰਸਾਰ ਤੋਂ ਇਸ ਵੇਲੇ ਤੱਕ ਕੂਚ ਕਰ ਚੁੱਕਾ ਹੈ। ਗੁਰੂ ਸਾਹਿਬ ਜੀ ਨੇ ਸਾਰੇ ਵਚਨ ਸੁਣ ਕੇ ਸਾਰੇ ਆਏ ਹੋਏ ਲੋਕਾਂ ਨੂੰ ਇੱਕੋ ਹੀ ਵਚਨ ਕਿਹਾ, ਭਾਈ ਇਹ ਸੰਸਾਰ ਦਾ ਜਿੰਨਾ ਪਸਾਰਾ ਅਸੀਂ ਵੇਖਦੇ ਹਾਂ ਇਹ ਸਾਰਾ ਹੀ ਝੂਠਾ ਹੈ। ਤੇ ਸੱਚ ਹੈ ਕਿ ਇੱਕ ਨਾ ਇੱਕ ਦਿਨ ਹਰੇਕ ਪ੍ਰਾਣੀ ਇੱਥੋਂ ਵਿਨਸ ਜਾਂਦਾ ਹੈ। ਜਿਤਨੇ ਵੀ ਜੀਵ ਸੰਸਾਰ ਤੇ ਆਏ ਨੇ ਆਪਣੀ ਬਾਰੀ ਸਮੇਤ ਆਪੋ ਆਪਣੇ ਥਾਂ ਚਲੇ ਜਾਂਦੇ। ਗੁਰੂ ਸਾਹਿਬ ਨੇ ਕਿਹਾ ਅਸੀਂ ਵੀ ਜਾਣਾ ਹੈ, ਪਰ ਸਾਨੂੰ ਆਪਣਾ ਜੀਵਨ ਪਰਮਾਤਮਾ ਦੇ ਪ੍ਰੇਮ ਵਿੱਚ ਰੰਗਣਾ ਚਾਹੀਦਾ ਹੈ। ਇਹ ਬਚਨ ਸੁਣ ਕੇ ਸਾਰੇ ਗੁਰੂ ਸਾਹਿਬ ਜੀ ਦੇ ਬਾਰੇ ਧੰਨ ਧੰਨ ਕਹਿ ਰਹੇ ਨੇ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜਿਹੜੇ ਨੇ ਇਹ ਸੱਚਮੁੱਚ ਰੱਬ ਦੇ ਪ੍ਰੇਮ ਵਿੱਚ ਰੰਗੇ ਗਏ। ਆਓ ਅਗਲਾ ਇਤਿਹਾਸ ਜਿਹੜਾ ਹੈ ਪ੍ਰੇਮ ਸਹਿਤ ਆਪਾਂ ਵਿਚਾਰਨਾ ਕਰੀਏ।
तलवंडी मैं दीन दयाला, रहते हो कितक बिताए काला। राए भोई दी तलवंडी भाव के गुरु नानक साहब महाराज जी का जन्म का स्थान। इस नगर विच गुरु साहब जी ने काफ़ी समा हुण बतीत किया है। एक दिवस कालू टिक आवा, हित समझावन बचन अलावा। एक दिन गुरु नानक साहब महाराज सच्चे पातशाह जी अपने घर विच ही बैठे ने, ते गुरु साहब जी के पिता जी पिता कालू जी पास आ गए गुरु साहब जी दे। क्योंकि माता पिता जिहड़े ने, माता पिता दे वास्ते अपने बच्चे बच्चे ही हुंदे ने, भावें उन्हां दी उम्र कितनी भी वड्डी हो जावे। माता पिता नूं यही लगदा हुंदा है कि ये अजे भी साडे बच्चे ही ने। इस करके पिता कालू जी हुण गुरु नानक साहब महाराज जी नूं गल्लां समझाउण वास्ते आए ते आके कहण लगे, हे सुत गृहस्थी रीत करीजै, भेख फकीरी अब तज दीजै। पिता जी ने बचन कीते, हे पुत्र तू परिवार वाला है, गृहस्थी है, तेरे बच्चे हैं, तेरी घरवाली है, पर तू फकीरां वाला बाणा पा लिया है ते संसार विच यात्रा ते तुरिया रहना है। तू हुण तां बड़ा चिर घुम लिया है, हुण ये फकीरां वाला बाणा त्याग दे ते अपने परिवार विच बैठ के परिवार दीयां जिम्मेवारियां नूं संभालना कर। आगे दरब जितो करवारा, होए बेरकत लुटायो सारा। हे मेरे पुत्र नानक, वेख जिहड़ी गृहस्थी है, जिहड़ा परिवार है, ये धन दे नाल चलदा है, माया नाल चलदा है। पर तेरा सुभाव इस तरह का ही रहा है, तो जिन्ना कोई धन कमाया वो सारा ही धन ते सारा कुछ लोगों में ही लुटा दिता, ते आप साधु बन के त्यागी बन के यात्रा ते तुर पिया। को कृत अव लेहो संभारी, दरब कमावो सुमत विचारी। पिता कालू जी कहते, हे पुत्र अजे भी समय तू कोई ना कोई कारोबार सांभ लै, कोई ना कोई किरत करनी आरंभ कर दे। कोई ना कोई किरत करेगा, कोई ना कोई कारोबार करेगा, तेरे परिवार का गुजारा बड़ा चंगा चल पाएगा। तू हुण भी फकीरां वाला बाणा त्याग दे ते घर रह के कोई ना कोई काम आरंभ कर दे। जरा ग्रसी अब देह हमारी, सुख देवन की है तब बारी। पिता कालू जी कहते, हे नानक आ वेख असीं बुढ़े हो गए हैं, बजुर्गी साडे ते आ गई है, बुढ़ेपा आ गया है, ते तन साडे कमज़ोर हो गए हैं। ते हरेक माता पिता का एक कुदरती सुभाव हुंदा है, वो बच्चों की पालना इस करके करते हैं कि बुढ़ेपे विच जाके साडा आसरा बन जा। मापियां दी यही आस हुंदी है कि जदों असीं बजुर्ग होवांगे, साडे बच्चे जिन्हां दी असीं पालना कर रहे हैं, जिन्हां बच्चों नूं असीं पढ़ा लिखा रहे हैं, जिन्हां नूं कामयाब कर रहे हैं, बुढ़ेपे विच जाके साडे नाल खड़नगे। ते पिता कालू जी कहंदे, असीं हुण बुढ़े हो गए हैं, बजुर्गी ने सानूं घेर लिया, हुण साडा ध्यान रखना, साडे सुख दुख दे विच तैनूं ही खड़ना पैना, क्योंकि इको एक तूं साडा पुत्र है। सर्व सदन को कार चलावो, निज पुर वसो बैस सुख पावो। पिता कालू जी कहंदे, हुण मेरे कोलों घर दा कोई काम नहीं हुंदा, क्योंकि बजुर्गी विच आके तन कमज़ोर हो गया। इस करके पुत्र नानक घर दा सारा काम कार जिहड़ा तूं संभालना कर, इस नगर विच रह ते घर विच बैठ के नाले आप सुख मान ते नाले सानू सुख देना कर। रहिए हमरी दृष्टि अगारी, सुखी रहे तब पिक महतारी। पिता जी कहते, हुण तां असीं समा उड़ीक रहे हैं, घड़ियां साडियां पता नहीं कदों आ जाण, कदों मौत आ जाए। पुत्रा जदों संसार तो चले गए फिर किहने तैनूं कुछ कहना है। इस करके तू साडे कोल ही रह ते सानू सुख शांति असीं तैनूं वसदे वेखना चाहुंदे हां। निज सुते स्त्री लेहो मंगाए, कर प्रतिपाल सबन हित लाई।
ਪੁੱਤਰਾ ਸਾਡੀ ਨੂੰਹ ਤੇਰੀ ਘਰਵਾਲੀ ਨੂੰ ਬੜਾ ਸਮਾਂ ਹੋ ਗਿਆ ਆਪਣੇ ਪੇਕੇ ਘਰ ਗਈ ਹੋਈ ਨੂੰ, ਉਹਨੂੰ ਵੀ ਤੂੰ ਇੱਥੇ ਹੀ ਮੰਗਵਾ ਲੈ, ਆਪਣੇ ਬੱਚਿਆਂ ਨੂੰ ਵੀ ਇੱਥੇ ਹੀ ਮੰਗਵਾਉਣਾ ਕਰ ਤੇ ਸਾਰਿਆਂ ਦੀ ਪ੍ਰੇਮ ਦੇ ਨਾਲ ਪਾਲਣਾ ਕਰਨੀ ਕਰ। ਵਿਛਰੇ ਹੈ ਸੋ ਕਿਤ ਕਿਤ ਥਾਨਾ, ਤੁਮ ਵਿਹੀਨ ਰਹੀ ਦੁਖਵਾਨਾ। ਇਹ ਪੁੱਤਰ ਨਾਨਕ ਜੀਓ, ਵੇਖ ਤੇਰਾ ਸਾਰਾ ਹੀ ਪਰਿਵਾਰ ਵਿਛੜਿਆ ਪਿਆ। ਤੇਰਾ ਇੱਕ ਪੁੱਤਰ ਤੇਰੀ ਭੈਣ ਦੇ ਕੋਲ ਰਹਿ ਰਿਹਾ, ਬੇਬੇ ਨਾਨਕੀ ਜੀ ਦੇ ਕੋਲ ਬਾਬਾ ਸ੍ਰੀ ਚੰਦ ਜੀ ਰਹਿ ਰਹੇ ਨੇ, ਤੇ ਸਤਿਗੁਰੂ ਜੀ ਦਾ ਦੂਸਰਾ ਸਪੁੱਤਰ ਬਾਬਾ ਲਖਮੀ ਦਾਸ ਜੀ ਉਹ ਆਪਣੇ ਨਾਨਕੇ ਘਰ ਰਹਿ ਰਹੇ ਨੇ। ਇਸ ਕਰਕੇ ਪਿਤਾ ਕਾਲੂ ਜੀ ਕਹਿੰਦੇ ਦੇਖ ਤੇਰਾ ਸਾਰਾ ਹੀ ਪਰਿਵਾਰ ਵਿਛੜਿਆ ਪਿਆ ਹੈ, ਤੇਰੇ ਤੋਂ ਬਗੈਰ ਸਾਰੇ ਦੁਖੀ ਹੁੰਦੇ ਹੋਵਣਗੇ। ਇਸ ਕਰਕੇ ਤੂੰ ਹੁਣ ਸਾਰੇ ਪਰਿਵਾਰ ਨੂੰ ਇੱਥੇ ਘਰ ਬੁਲਾ ਲੈ ਤੇ ਪ੍ਰੇਮ ਸਹਿਤ ਆਪ ਵੀ ਘਰ ਵਿੱਚ ਰਹਿ ਕੇ ਕੋਈ ਨਾ ਕੋਈ ਕੰਮ ਕਾਰ ਸ਼ੁਰੂ ਕਰ ਦੇ। ਸੁਣ ਪਿਤ ਇਹ ਮਤ ਨੌਕਾ ਨਿਆਈ, ਦਰਬ ਮੋਹ ਜਲ ਸਰਤਾ ਧਾਈ। ਗੁਰੂ ਸਾਹਿਬ ਕਹਿਣ ਲੱਗੇ ਪਿਤਾ ਜੀ ਤੁਹਾਡੀਆਂ ਗੱਲਾਂ ਠੀਕ ਨੇ, ਸੰਸਾਰੀ ਜੀਵਨ ਇਵੇਂ ਹੀ ਚੱਲਦਾ ਹੈ, ਆਪਣੇ ਪਰਿਵਾਰ ਦੀ ਜ਼ਿੰਮੇਵਾਰੀ ਨਿਭਾਉਣੀ ਹੁੰਦੀ ਹੈ। ਪਰ ਸਾਹਿਬ ਜੀ ਕਹਿੰਦੇ ਹੇ ਪਿਤਾ ਜੀ, ਇਹ ਜਿਹੜੀ ਬੰਦੇ ਦੀ ਮਤ ਹੈ, ਇਹ ਮਤ ਇੱਕ ਬੇੜੀ ਦੀ ਤਰ੍ਹਾਂ ਹੈ, ਜਿਹੜੀ ਕਿਸ਼ਤੀ ਹੁੰਦੀ ਹੈ ਬੇੜੀ ਹੈ ਪਾਣੀ ਵਿੱਚ ਚੱਲਣ ਵਾਲੀ। ਤੇ ਗੁਰੂ ਸਾਹਿਬ ਕਹਿੰਦੇ ਮਤ ਰੂਪੀ ਜਿਹੜੀ ਬੇੜੀ ਹੈ ਇਹ ਮਾਇਆ ਦੇ ਮੋਹ ਵਿੱਚ ਦੀ ਨਦੀ ਵਿੱਚ ਚੱਲ ਰਹੀ ਹੈ। ਮਾਇਆ ਦੇ ਮੋਹ ਦੀ ਨਦੀ ਹੈ ਇਹ ਸੰਸਾਰ ਜਿਹੜਾ ਹੈ। ਜੇ ਨੌਕਾ ਮੈਂ ਜਲ ਪਰ ਜਾਵੇ, ਤਤ ਛਨ ਆਪਣੇ ਬੀਚ ਡੁਬਾਵੇ। ਗੁਰੂ ਸਾਹਿਬ ਕਹਿੰਦੇ ਜਿਹੜੀ ਬੇੜੀ ਹੈ ਚਲਦੀ ਤਾਂ ਪਾਣੀ ਵਿੱਚ ਹੀ ਹੈ, ਪਰ ਜੇ ਪਾਣੀ ਬੇੜੀ ਦੇ ਵਿੱਚ ਪੈ ਜਾਵੇ ਤਾਂ ਉਹ ਬਹੁਤ ਜਲਦੀ ਉਹ ਕਿਸ਼ਤੀ ਉਹ ਬੇੜੀ ਡੁੱਬ ਜਾਂਦੀ ਹੈ। ਚੱਲਣਾ ਤਾਂ ਉਹਨੇ ਬੇੜੀ ਨੇ ਪਾਣੀ ਵਿੱਚ ਹੀ ਹੈ, ਪਰ ਪਾਣੀ ਉਹਦੇ ਵਿੱਚ ਨਹੀਂ ਪੈਣਾ ਚਾਹੀਦਾ। ਜੇ ਪਾਣੀ ਵਿੱਚ ਪੈਣ ਲੱਗ ਜਾਏ ਤੇ ਗੁਰੂ ਸਾਹਿਬ ਕਹਿੰਦੇ ਬੇੜੀ ਡੁੱਬ ਜਾਂਦੀ ਹੈ। ਸਤਿਗੁਰ ਕੇਵਟ ਮਿਲੈ ਜਿਹੇ ਆਈ, ਮਤ ਨੌਕਾ ਪਰ ਹੈ ਚੁਕ ਸਾਈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਪਿਤਾ ਜੀ, ਜੇ ਬੰਦੇ ਨੂੰ ਪੂਰਾ ਸਤਿਗੁਰੂ ਮਿਲ ਜਾਏ, ਪੂਰਾ ਸਤਿਗੁਰੂ ਇੱਕ ਸਿਆਣੇ ਮਲਾਹ ਦੀ ਤਰ੍ਹਾਂ ਹੁੰਦਾ ਹੈ। ਮਲਾਹ ਕਹਿੰਦੇ ਨੇ ਜਿਹੜਾ ਬੇੜੀ ਨੂੰ ਚਲਾਉਂਦਾ ਹੈ, ਪਾਣੀ ਦੇ ਜਹਾਜ਼ ਨੂੰ ਜਿਹੜਾ ਚਲਾਉਣ ਵਾਲਾ ਹੈ, ਉਹਨੂੰ ਪੁਰਾਣੀ ਸ਼ਬਦਾਵਲੀ ਵਿੱਚ ਮਲਾਹ ਕਿਹਾ ਜਾਂਦਾ ਹੈ। ਮਲਾਹ ਭਾਵ ਕਿ ਬੇੜੀ ਚਲਾਉਣ ਵਾਲਾ। ਸਤਿਗੁਰੂ ਕਹਿੰਦੇ ਇਹ ਜਿਹੜੀ ਬੇੜੀ ਹੈ ਭਾਵ ਕਿ ਸਾਡੀ ਮਤ ਹੈ, ਜੇ ਇਸ ਮਤ ਨੂੰ ਪੂਰਾ ਸਤਿਗੁਰੂ ਰੂਪੀ ਮਲਾਹ ਮਿਲ ਜਾਏ ਤਾਂ ਪੂਰਾ ਸਤਿਗੁਰੂ ਕੀ ਕਿਰਪਾ ਕਰਦਾ ਹੈ ਇਸ ਬੇੜੀ ਤੇ, ਭਾਵ ਕਿ ਸਾਡੀ ਮਤ ਤੇ ਧਿਆਨ ਰੱਖਦਾ ਹੈ, ਸਾਨੂੰ ਡੁੱਬਣ ਨਹੀਂ ਦਿੰਦਾ, ਮਾੜੇ ਕਰਮਾਂ ਵਿੱਚ ਫਸਣ ਨਹੀਂ ਦਿੰਦਾ। ਕਿਉਂਕਿ ਗੁਰੂ ਸਾਹਿਬ ਜੀ ਮਤ ਐਸੀ ਦਿੰਦੇ ਨੇ, ਬੰਦੇ ਨੂੰ ਅਕਲ ਐਸੀ ਦਿੰਦੇ ਨੇ, ਬੰਦਾ ਸੰਸਾਰ ਵਿੱਚ ਰਹਿ ਕੇ ਪ੍ਰਮਾਤਮਾ ਨਾਲ ਜੁੜਿਆ ਰਹਿ ਸਕਦਾ। ਇਸ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਮੋਹ ਅੰਦਰ ਵਤੇ ਉਰਦ ਚਲਾਵੇ, ਖੇਵਨ ਕਰ ਹੈ ਗਿਆਨ ਸੁਣਾਵੇ। ਗੁਰੂ ਸਾਹਿਬ ਕਹਿੰਦੇ ਮੈਨੂੰ ਗੁਰੂ ਮਿਲਿਆ ਹੈ। ਸੰਸਾਰ ਵਿੱਚ ਜਿਹਨੂੰ ਵੀ ਸੱਚਾ ਗੁਰੂ ਮਿਲ ਜਾਏ ਉਹ ਰਹਿੰਦਾ ਸੰਸਾਰ ਦੇ ਵਿੱਚ ਹੀ ਹੈ। ਮਾਇਆ ਦੇ ਮੋਹ ਦੀ ਨਦੀ ਦੇ ਵਿੱਚ ਰਹਿ ਕੇ ਵੀ ਮਤ ਨੂੰ ਠੀਕ ਠਾਕ ਚਲਾਈ ਜਾਂਦਾ ਹੈ ਤੇ ਉਹ ਗਿਆਨ ਦੇ ਨਾਲ ਪ੍ਰਮਾਤਮਾ ਜੀ ਦੇ ਨਾਲ ਬੰਦੇ ਨੂੰ ਜੋੜੀ ਰੱਖਦਾ ਹੈ। ਕਿਉਂਕਿ ਸੰਸਾਰ ਨੂੰ ਅਸੀਂ ਪਿੱਛੇ ਵੀ ਜਿਸ ਵੇਲੇ ਇਤਿਹਾਸ ਦੀ ਵਿਚਾਰ ਕਰਦੇ ਹਾਂ, ਗੁਰੂ ਸਾਹਿਬ ਜੀ ਸਿੱਧਾਂ ਦੇ ਨਾਲ ਵਿਚਾਰ ਚਰਚਾ ਕਰੀ ਗੁਰੂ ਸਾਹਿਬ ਜੀ ਨੇ, ਉਹਨਾਂ ਨੇ ਵੀ ਇਹੀ ਵਚਨ ਕਹੇ। ਜਿਸ ਵੇਲੇ ਗੁਰੂ ਸਾਹਿਬ ਨੇ ਕਿਹਾ ਬੰਦੇ ਨੂੰ ਸੰਸਾਰ ਵਿੱਚ ਰਹਿ ਕੇ ਹੀ ਪ੍ਰਮਾਤਮਾ ਦੀ ਭਗਤੀ ਕਰਨੀ ਚਾਹੀਦੀ, ਘਰ-ਬਾਰ ਛੱਡਣਾ ਨਹੀਂ ਚਾਹੀਦਾ, ਤਾਂ ਸਿੱਧ ਕਹਿਣ ਲੱਗੇ ਜੀ ਤਾਂ ਇੰਨਾ ਔਖਾ ਕੰਮ ਹੈ ਜਿਵੇਂ ਮੋਮ ਦੇ ਦੰਦਾਂ ਨਾਲ ਲੋਹਾ ਚੱਬਣਾ ਹੋਵੇ। ਮੈਣ ਕੇ ਦੰਤ ਕਿਉਂ ਖਾਈਏ ਸਾਰ। ਕਹਿੰਦੇ ਮੋਮ ਦੇ ਦੰਦਾਂ ਨਾਲ ਲੋਹਾ ਕਿਵੇਂ ਚੱਬਿਆ ਜਾ ਸਕਦਾ ਹੈ, ਭਾਵ ਕਿ ਇਹ ਅਸੰਭਵ ਕੰਮ ਹੈ ਕਿ ਸੰਸਾਰ ਵਿੱਚ ਰਹਿ ਕੇ ਪ੍ਰਮਾਤਮਾ ਦਾ ਨਾਮ ਕਿਵੇਂ ਜਪਿਆ ਜਾ ਸਕਦਾ ਹੈ। ਗੁਰੂ ਸਾਹਿਬ ਕਹਿੰਦੇ ਜਪਿਆ ਜਾ ਸਕਦਾ ਹੈ, ਅਸੰਭਵ ਵੀ ਸੰਭਵ ਹੋ ਜਾਂਦਾ ਹੈ ਜੇ ਗੁਰੂ ਦੀ ਕਿਰਪਾ ਹੋ ਜਾਏ, ਜੇ ਬੰਦਾ ਗੁਰੂ ਦੇ ਵਚਨਾਂ ਅਨੁਸਾਰ ਚੱਲਣ ਲੱਗ ਪਵੇ। ਗੁਰੂ ਕੀ ਮੱਤ ਤੇ ਚੱਲ ਕੇ ਬੰਦਾ ਸੰਸਾਰ ਵਿੱਚ ਰਹਿ ਕੇ, ਪਰਿਵਾਰ ਵਿੱਚ ਰਹਿ ਕੇ ਵੀ ਪ੍ਰਮਾਤਮਾ ਦੇ ਨਾਲ ਪ੍ਰੇਮ ਪਾ ਸਕਦਾ ਹੈ, ਬੰਦਗੀ ਦੇ ਵਿੱਚ ਚਿੱਤ ਨੂੰ ਜੋੜ ਸਕਦਾ ਹੈ। ਇੱਥੇ ਵੀ ਗੁਰੂ ਸਾਹਿਬ ਜੀ ਸਮਝਾ ਰਹੇ ਨੇ, ਆਪਣੇ ਪਿਤਾ ਜੀ ਨਾਲ ਗੱਲਬਾਤ ਕਰ ਰਹੇ ਨੇ।
ਕਹਿੰਦੇ ਪਿਤਾ ਜੀ, ਜਿਹਨੂੰ ਗੁਰੂ ਮਿਲ ਜਾਏ, ਗੁਰੂ ਕੋਲੋਂ ਗਿਆਨ ਮਿਲਦਾ ਹੈ ਤੇ ਗਿਆਨ ਦੇ ਨਾਲ ਜ਼ਿੰਦਗੀ ਨੂੰ ਚਲਾਉਣ ਦੀ ਅਕਲ ਮਿਲਦੀ। ਆਤਮ ਲਖਣੋਂ ਪਾਰ ਕਿਨਾਰਾ, ਪਹੁੰਚੇ ਤੇ ਤਬ ਹੋਏ ਸੁਖਾਰਾ। ਜਿਹੜਾ ਪ੍ਰਮਾਤਮਾ ਹੈ ਇਹ ਸਾਡੇ ਇਸ ਨਦੀ ਦਾ ਕਿਨਾਰਾ ਹੈ, ਭਾਵ ਕਿ ਇੱਕ ਪਾਸੇ ਇੱਕ ਕਿਨਾਰੇ ਤੇ ਸੰਸਾਰ ਹੈ, ਦੂਸਰੇ ਕਿਨਾਰੇ ਤੇ ਪ੍ਰਮਾਤਮਾ ਹੈ। ਜਿਹੜਾ ਮਨੁੱਖ ਇਸ ਮਾਇਆ ਦੇ ਮੋਹ ਵਿੱਚੋਂ ਨਿਕਲ ਗਿਆ, ਉਹਦੀ ਸੁਰਤ ਪ੍ਰਮਾਤਮਾ ਨਾਲ ਜੁੜ ਜਾਂਦੀ। ਜਿਹੜਾ ਸੰਸਾਰ ਦੇ ਮੋਹ ਵਿੱਚ ਪੈ ਗਿਆ, ਉਹ ਫਿਰ ਕਹਿੰਦਾ ਜੀ ਮੈਂ ਆਪਣੇ ਪਰਿਵਾਰ ਦੀ ਪਾਲਣਾ ਕਰ ਰਿਹਾ, ਇਹੀ ਮੇਰਾ ਸਭ ਤੋਂ ਵੱਡਾ ਕਾਰਜ ਹੈ। ਤੇ ਗੁਰੂ ਸਾਹਿਬ ਨੇ ਕਿਹਾ ਇਹ ਮੋਹ ਦੇ ਵਿੱਚ ਫਸਿਆ ਹੋਇਆ ਮਨੁੱਖ ਫਿਰ ਪਾਪ ਵੀ ਕਮਾਉਂਦਾ ਹੈ। ਮੋਹ ਦੇ ਵਿੱਚ ਫਸਿਆ ਹੋਇਆ ਬੰਦਾ ਫਿਰ ਆਪਣੇ ਪਰਿਵਾਰ ਦੀ ਪਾਲਣਾ ਤਾਂ ਕਰਦਾ ਹੈ, ਪਰ ਦੂਸਰਿਆਂ ਦਾ ਨੁਕਸਾਨ ਵੀ ਕਰਦਾ ਹੈ। ਪਰ ਜਿਹਨੂੰ ਸਮਝ ਆ ਜਾਏ, ਗੁਰੂ ਦਾ ਗਿਆਨ ਮਿਲ ਜਾਏ, ਉਹਨੂੰ ਸਮਝ ਆ ਜਾਂਦੀ ਹੈ ਭਾਈ ਇਹ ਸਾਰੇ ਸੰਸਾਰ ਮੇਰਾ ਹੀ ਪਰਿਵਾਰ ਹੈ। ਮੈਂ ਆਪਣੇ ਘਰ ਵਿੱਚ ਵਸਣ ਵਾਲੇ 2-4 ਪਰਿਵਾਰ ਦੇ ਮੈਂਬਰਾਂ ਦੀ ਬਜਾਏ ਸਮੁੱਚੀ ਮਨੁੱਖਤਾ ਨੂੰ ਪਰਿਵਾਰ ਸਮਝਾਂ ਤੇ ਕਿਸੇ ਦਾ ਬੁਰਾ ਨਾ ਕਰਾਂ। ਗੁਰੂ ਸਾਹਿਬ ਜੀ ਕਹਿੰਦੇ ਭਾਈ ਜਦੋਂ ਸਾਡੀ ਸੁਰਤ ਰੂਪੀ ਬੇੜੀ ਪਰਮਾਤਮਾ ਜੀ ਦੇ ਚਰਨਾਂ ਵਿੱਚ ਜੁੜ ਜਾਂਦੀ ਹੈ ਤਾਂ ਆਤਮਿਕ ਸੁੱਖ ਮਿਲਦਾ ਹੈ। ਨਾਤੇ ਜਨਮ ਮਰਨ ਦੁਖ ਭਾਰੀ, ਆਏ ਜਾਏ ਜਗ ਬਾਰੰਬਾਰੀ। ਹੁਣ ਜੇ ਆਪਾਂ ਵੇਖੀਏ ਪਾਣੀ ਵਿੱਚ ਜਿਹੜੇ ਜਹਾਜ਼ ਚੱਲਦੇ ਨੇ, ਪਾਣੀ ਦੇ ਜਹਾਜ਼ ਨੂੰ ਚਲਾਉਣ ਵਾਲਾ, ਕਿਸ਼ਤੀ ਚਲਾਉਣ ਵਾਲਾ ਜਿਹੜਾ ਮਨੁੱਖ ਹੈ, ਜੇ ਉਹਦੇ ਕੋਲੇ ਤਜਰਬਾ ਨਾ ਹੋਵੇ, ਕੋਈ ਅਣਜਾਣ ਮਨੁੱਖ ਹੋਵੇ, ਤੇ ਜਦੋਂ ਪਾਣੀ ਦੇ ਵਿੱਚ ਲਹਿਰਾਂ ਆਉਂਦੀਆਂ ਨੇ, ਤੂਫਾਨ ਆਉਂਦਾ ਹੈ, ਤਾਂ ਉਹ ਬੇੜੀ ਨੂੰ ਸੰਭਾਲ ਨਹੀਂ ਸਕਦਾ। ਉਹਦੀ ਬੇੜੀ ਡੁੱਬ ਜਾਏਗੀ, ਉਹ ਆਪ ਵੀ ਡੁੱਬੇਗਾ ਤੇ ਬੇੜੀ ਵਿੱਚ ਸਵਾਰ ਲੋਕਾਂ ਨੂੰ ਵੀ ਡੁਬੋ ਦੇਵੇਗਾ। ਕਾਰਨ ਕਿ ਉਹਦੇ ਕੋਲ ਤਜਰਬਾ ਨਹੀਂ। ਉਸੇ ਤਰ੍ਹਾਂ ਹੀ ਗੁਰੂ ਸਾਹਿਬ ਕਹਿੰਦੇ ਜਿਸ ਮਤ ਕੋਲੇ, ਜਿਸ ਮਨੁੱਖ ਦੇ ਕੋਲੇ ਗੁਰੂ ਕੇ ਗਿਆਨ ਦਾ ਤਜਰਬਾ ਨਹੀਂ, ਜਿਹਨੂੰ ਸਮਝ ਨਹੀਂ ਹੈ, ਉਹ ਸੰਸਾਰ ਦੇ ਮੋਹ ਮਾਇਆ ਵਿੱਚ ਡੁੱਬ ਜਾਂਦਾ ਹੈ। ਉਹਨੂੰ ਪਤਾ ਹੀ ਨਹੀਂ ਲੱਗਦਾ ਕਿ ਇਹ ਸਾਰੀ ਖੇਡ ਤਾਂ ਪ੍ਰਮਾਤਮਾ ਨੇ ਸੰਸਾਰ ਚਲਾਉਣ ਵਾਸਤੇ ਬਣਾਈ ਸੀ। ਬਹੁਤ ਸਾਰੇ ਆਪਾਂ ਮਨੁੱਖ ਵੇਖਦੇ ਹਾਂ, ਸਾਡੇ ਵਿੱਚੋਂ ਵੀ ਬਹੁਤ ਸਾਰੇ ਹੈਗੇ ਨੇ, ਉਹ ਇਸ ਢੰਗ ਨਾਲ ਪਰਿਵਾਰ ਦੀ ਪਾਲਣਾ ਕਰ ਰਹੇ ਨੇ। ਉਹ ਕਹਿੰਦੇ ਜੀ ਅਸੀਂ ਹੋਰ ਨਹੀਂ ਕੁਝ ਵੇਖਦੇ, ਬਸ ਆਪਣੇ ਪਰਿਵਾਰ ਦੀ ਪਾਲਣਾ ਕਰਨੀ। ਉਸ ਕਾਰਜ ਵਿੱਚ ਲੱਗੇ ਨੇ ਤੇ ਉਹਨਾਂ ਨੂੰ ਕਹੋ ਭਾਈ ਕਿਤੇ ਕੁਝ ਸਮਾਂ ਬੈਠ ਕੇ ਆਪਣੇ ਆਪ ਲਈ ਵੀ ਕੱਢ ਲਿਆ ਕਰ, ਕਿਤੇ ਸੇਵਾ ਸਿਮਰਨ ਵੀ ਕਰ ਲਿਆ ਕਰ। ਬੰਦਾ ਕਹਿੰਦਾ ਜੀ ਟਾਈਮ ਹੀ ਨਹੀਂ ਹੈ ਮੇਰੇ ਕੋਲ। ਇੱਥੋਂ ਤੱਕ ਵੀ ਸ਼ਬਦ ਬੰਦਾ ਕਹਿੰਦਾ ਜੀ ਮੇਰੇ ਕੋਲ ਤਾਂ ਮਰਨ ਦਾ ਵੀ ਟਾਈਮ ਨਹੀਂ, ਮੈਂ ਇੰਨਾ ਜ਼ਿਆਦਾ ਬਿਜੀ ਹਾਂ। ਤੇ ਗੁਰੂ ਪਿਆਰਿਓ ਇਹ ਗੱਲ ਸੱਚ ਹੈ, ਸਾਡੇ ਕੋਲੇ ਮਰਨ ਦਾ ਟਾਈਮ ਹੋਵੇ ਚਾਹੇ ਨਾ ਹੋਵੇ, ਪਰ ਮੌਤ ਕੋਲੇ ਖੁੱਲਾ ਟਾਈਮ ਹੈ, ਉਹਨੇ ਆ ਹੀ ਜਾਣਾ ਆਪਣੀ ਵਾਰੀ ਦੇ ਸਮੇਤ। ਇਸ ਕਰਕੇ ਜਿੰਨਾ ਕੁ ਸਮਾਂ ਸਾਡੇ ਕੋਲ ਹੈ ਪਰਿਵਾਰ ਦੀ ਪਾਲਣਾ ਕਰਨੀ ਜ਼ਰੂਰੀ ਹੈ। ਪਰ ਗੁਰੂ ਸਾਹਿਬ ਨੇ ਕਿਹਾ ਖਚਤ ਨਾ ਹੋ ਜਾ। ਇਹ ਸੰਸਾਰ ਵਿੱਚ ਸਾਡੇ ਕਰਕੇ ਨਹੀਂ ਸੰਸਾਰ ਚੱਲ ਰਿਹਾ, ਜੇ ਅਸੀਂ ਨਹੀਂ ਵੀ ਰਵਾਂਗੇ ਸੰਸਾਰ ਨੇ ਚੱਲੀ ਜਾਣਾ, ਪਰ ਆਪਣੇ ਜੀਵਨ ਨੂੰ ਸਫਲਾ ਕਰਨ ਦਾ ਸਮਾਂ ਵੀ ਕੱਢੀ। ਹੁਣ ਗੁਰੂ ਸਾਹਿਬ ਕਹਿੰਦੇ ਭਾਈ ਜਿਹੜਾ ਮਨੁੱਖ ਗੁਰੂ ਦੇ ਗਿਆਨ ਤੋਂ ਖਾਲੀ ਹੁੰਦਾ ਹੈ, ਉਹ ਮੋਹ ਵਿੱਚ ਫਸ ਜਾਂਦਾ ਹੈ, ਆਪਣੇ ਆਪ ਦੀ ਪਾਲਣਾ, ਆਪਣੇ ਪਰਿਵਾਰ ਦੀ ਪਾਲਣਾ ਵਾਸਤੇ ਪਾਪ ਕਰੀ ਜਾਂਦਾ ਹੈ, ਤੇ ਪਾਪ ਕਰਮਾਂ ਵਿੱਚ ਫਸ ਕੇ ਬੰਦਾ ਜਨਮ ਮਰਨ ਦੇ ਚੱਕਰਾਂ 'ਚ ਪਿਆ ਰਹਿੰਦਾ। ਬੰਦੇ ਦਾ ਟਿਕਾ ਨਹੀਂ ਹੁੰਦਾ, ਜੀਵਨ ਵਿੱਚ ਸੁੱਖ ਨਹੀਂ ਆਉਂਦਾ। ਇਹੋ ਜਿਹਾ ਮਨੁੱਖ ਰੋਜ਼-ਰੋਜ਼ ਜੰਮਦਾ ਮਰਦਾ ਹੈ। ਆਸ ਕਹਿ ਕਿਰਪਾ ਦ੍ਰਿਸ਼ਟ ਅਵਲੋਕੀ, ਪਿਤ ਕੇ ਉਰ ਤੇ ਮਾਇਆ ਰੋਕੀ। ਗੁਰੂ ਸਾਹਿਬ ਜੀ ਨੇ ਅੱਜ ਜਿਸ ਵੇਲੇ ਆਪਣੇ ਪਿਤਾ ਜੀ ਨਾਲ ਬਚਨ ਕਰ ਰਹੇ ਨੇ, ਐਸੀ ਕਿਰਪਾ ਦ੍ਰਿਸ਼ਟੀ ਨਾਲ ਪਿਤਾ ਜੀ ਵੱਲ ਵੇਖਿਆ, ਕਿਉਂਕਿ ਅੱਜ ਤੱਕ ਪਿਤਾ ਕਾਲੂ ਜੀ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਪਰਿਵਾਰਕ ਤੌਰ ਤੇ ਕੇਵਲ ਪੁੱਤਰ ਕਰਕੇ ਜਾਣਿਆ ਸੀ। ਪੁੱਤਰ ਕਰਕੇ ਜਾਣਦੇ ਸਨ, ਇਸ ਕਰਕੇ ਗੁਰੂ ਸਾਹਿਬ ਜੀ ਦੇ ਕਰਮਾਂ ਤੋਂ ਕ੍ਰੋਧਿਤ ਵੀ ਹੁੰਦੇ ਸਨ। ਅੱਜ ਪਿਤਾ ਜੀ ਵੱਲ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਰਪਾ ਦ੍ਰਿਸ਼ਟੀ ਨਾਲ ਵੇਖਿਆ, ਐਸੀ ਕਿਰਪਾ ਹੋ ਗਈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ, ਜਿਹੜਾ ਸੁਭਾਅ ਪਿਤਾ ਕਾਲੂ ਜੀ ਦਾ ਮਾਇਆਵਾਲੀ ਸੀ। ਹਰ ਵੇਲੇ ਉਹ ਕਹਿੰਦੇ ਸਨ ਗੁਰੂ ਨਾਨਕ ਸਾਹਿਬ ਨੂੰ, ਤੂੰ ਮਾਇਆ ਕਮਾ ਲਿਆ ਕਰ,
ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਮੋਦੀਖਾਨੇ ਦੀ ਕਿਰਤ ਕਰ ਰਹੇ ਸਨ ਤੇ ਜਦੋਂ ਪਿਤਾ ਜੀ ਮਿਲਣ ਵਾਸਤੇ ਗਏ, ਉਸ ਵੇਲੇ ਵੀ ਪਿਤਾ ਜੀ ਭਾਈ ਵਾਲਾ ਜੀ ਨੂੰ ਵੀ ਕਹਿ ਕੇ ਆਏ, ਗੁਰੂ ਨਾਨਕ ਸਾਹਿਬ ਨੂੰ ਸਮਝਾਇਆ ਕਰ, ਮੇਰੇ ਪੁੱਤਰ ਨੂੰ ਸਮਝਾਇਆ ਕਰ, ਜੇ ਮਾਇਆ ਕਮਾਉਣੇ ਇਹਨੂੰ ਸੰਭਾਲਿਆ ਵੀ ਕਰ, ਇਹ ਲੋਕਾਂ ਵਿੱਚ ਵੰਡਣ ਵਾਸਤੇ ਨਹੀਂ ਹੈ। ਹਰੇਕ ਵਾਰੀ ਇਹੋ ਹੀ ਵਚਨ ਕਿਹਾ, ਤੂੰ ਕੁਝ ਕਮਾ ਲਿਆ ਕਰ, ਕੁਝ ਇਕੱਠਾ ਕਰ, ਪਰਿਵਾਰ ਦੇ ਵਾਸਤੇ ਵਰਤ। ਅੱਜ ਐਸੀ ਕਿਰਪਾ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕੀਤੀ, ਪਿਤ ਕੇ ਉਰ ਤੇ ਮਾਇਆ ਰੋਕੀ। ਜਿਹੜਾ ਮਾਇਆ ਵੱਲ ਖਿਆਲ ਸੀ, ਗੁਰੂ ਕੀ ਕਿਰਪਾ ਦ੍ਰਿਸ਼ਟੀ ਨਾਲ ਉਹ ਖਿਆਲ ਹੀ ਗੁਰੂ ਸਾਹਿਬ ਨੇ ਰੋਕ ਦਿੱਤਾ ਪਿਤਾ ਜੀਆਂ ਦਾ। ਤਤ ਛਿਨ ਗਿਆਤ ਹਿਰਦੇ ਮੈਂ ਆਈ, ਜਨਮਦ ਉਤਰ ਗਏ ਸੁਧ ਪਾਈ। ਐਸੀ ਕਿਰਪਾ ਕਰ ਦਿੱਤੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਪਿਤਾ ਜੀਆਂ ਤੇ, ਅੱਜ ਉਹਨਾਂ ਨੂੰ ਪਰਮਾਰਥ ਦੀ ਸੂਝ ਆ ਗਈ। ਜਿਹਦਾ ਮੋਹ ਦਾ ਪਰਦਾ ਪਿਆ ਸੀ, ਅਹੰਕਾਰ ਦਾ, ਹਉਮੈ ਦਾ ਪਰਦਾ ਸੀ ਜੀਵਨ ਵਿੱਚ, ਉਹ ਸਾਰਾ ਹੀ ਗੁਰੂ ਨੇ ਹਟਾ ਦਿੱਤਾ ਤੇ ਅੱਜ ਗਿਆਨ ਬਖਸ਼ ਦਿੱਤਾ ਪਿਤਾ ਜੀ ਆ। ਬੋਲਿਓ ਕਰਕੇ ਭਾਉ ਕਨੇਰਾ, ਮੈਂ ਜਾਣਤ ਰਹਿਓ ਸੁਤ ਮੇਰਾ। ਹੁਣ ਜਿਸ ਵੇਲੇ ਗੁਰੂ ਸਮਝ ਦਿੰਦਾ ਹੈ, ਗੁਰੂ ਸਾਹਿਬ ਦੀ ਕਿਰਪਾ ਕਿਸੇ ਤੇ ਹੁੰਦੀ ਹੈ ਤੇ ਬੰਦੇ ਦਾ ਨਜ਼ਰੀਆ ਬਦਲ ਜਾਂਦਾ, ਵੇਖਣ ਦਾ ਤਰੀਕਾ ਹੀ ਬਦਲ ਜਾਂਦਾ ਹੈ। ਬੰਦਾ ਦੁਨੀਆ ਨੂੰ ਉਸ ਢੰਗ ਨਾਲ ਵੇਖਣੋਂ ਹੀ ਹਟ ਜਾਂਦਾ। ਇਹ ਭਰਮ ਦਾ ਪਰਦਾ ਹੀ ਹੈ। ਜਿਸ ਵੇਲੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਰਪਾ ਕਰ ਦਿੱਤੀ ਪਿਤਾ ਜੀਆਂ ਤੇ ਪਿਤਾ ਕਾਲੂ ਜੀ ਨੇ ਬਹੁਤ ਪ੍ਰੇਮ ਦੇ ਨਾਲ ਬਚਨ ਕਹੇ, ਹੇ ਨਾਨਕ ਜੀ, ਮੈਂ ਅੱਜ ਤੱਕ ਤੁਹਾਨੂੰ ਆਪਣਾ ਪੁੱਤਰ ਹੀ ਸਮਝਦਾ ਰਿਹਾ। ਮੈਂ ਸਮਝਿਆ ਕੱਲਾ ਤੁਹਾਡੇ ਨਾਲ ਰਿਸ਼ਤਾ ਮੇਰਾ ਪੁੱਤਰ ਦਾ ਹੀ ਹੈ, ਪਿਓ ਤੇ ਪੁੱਤਰ ਵਾਲਾ ਰਿਸ਼ਤਾ ਹੈ। ਮਹਾਪੁਰਖ ਤੁਮ ਦੀਨ ਦਿਆਲਾ, ਮੁਝ ਪਰ ਦੀਜੈ ਗਿਆਨ ਵਿਸਾਲਾ। ਤੁਸੀਂ ਤਾਂ ਮਹਾਪੁਰਖ ਹੋ, ਤੁਸੀਂ ਦੀਨ ਦਿਆਲ ਹੋ, ਮੇਰੇ ਤੇ ਵੀ ਰਹਿਮਤ ਕਰ ਦਿਓ, ਮੇਰੇ ਤੇ ਵੀ ਕਿਰਪਾ ਦ੍ਰਿਸ਼ਟੀ ਕਰੋ। ਹੁਣ ਵੇਖੋ, ਇਹ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਖੇਡ ਹੈ। ਅਖੀਰਲੇ ਸਮੇਂ ਤੇ ਜਾ ਕੇ ਪਿਤਾ ਜੀ ਨੂੰ ਗਿਆਨ ਬਖਸ਼ਿਆ। ਕਿਉਂ? ਕਿਉਂਕਿ ਸਾਨੂੰ ਸੰਸਾਰੀ ਪੁਰਸ਼ਾਂ ਨੂੰ ਦੱਸਣਾ ਸੀ ਕਿ ਪਰਿਵਾਰ ਦੇ ਵਿੱਚ ਰਹਿ ਕੇ ਵੀ, ਜਿੱਥੇ ਪਰਿਵਾਰ ਦੇ ਮੈਂਬਰਾਂ ਦਾ ਸੁਭਾਅ ਬਿਲਕੁਲ ਆਪਣੇ ਸੁਭਾਅ ਤੋਂ ਵੱਖਰਾ ਹੋਵੇ। ਪਿਤਾ ਜੀ ਦਾ ਸੁਭਾਅ ਗੁਰੂ ਨਾਨਕ ਸਾਹਿਬ ਦੇ ਸੁਭਾਅ ਨਾਲ ਮੇਲ ਨਹੀਂ ਸੀ ਖਾਂਦਾ, ਬਿਲਕੁਲ ਵੱਖਰਾ ਸੀ। ਗੁਰੂ ਨਾਨਕ ਸਾਹਿਬ ਮਹਾਰਾਜ ਰੱਬ ਦੇ ਘਰ ਨਾਲ ਜੁੜੇ ਹੋਏ ਸਨ ਤੇ ਪਿਤਾ ਜੀ ਦਾ ਸਾਰਾ ਹੀ ਧਿਆਨ ਸੰਸਾਰੀ ਪਦਾਰਥਾਂ ਨਾਲ ਜੁੜਿਆ ਸੀ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਪਰ ਉਹਨਾਂ ਨੂੰ ਸਮਝ ਜਿਹੜੀ ਹੈ, ਗਿਆਨ ਜਿਹੜਾ ਉਹ ਉਮਰ ਦੇ ਅਖੀਰਲੇ ਪੱਖ ਤੇ ਜਾ ਕੇ ਬਖਸ਼ਿਆ। ਕਿਉਂ? ਕਿਉਂਕਿ ਸੰਸਾਰਿਕ ਤੌਰ ਤੇ ਇੱਕ ਪੁੱਤਰ ਬਣ ਕੇ ਵੀ ਵਿਚਰੇ ਨੇ। ਦੱਸਣਾ ਸੀ ਕਿ ਸੰਸਾਰ ਵਿੱਚ ਆਪਣੇ ਪਿਤਾ ਜੀ ਦੇ ਜੇ ਇਹੋ ਜਿਹਾ ਸੁਭਾਅ ਵੀ ਹੋਵੇ ਤਾਂ ਆਪਣੇ ਸੁਭਾਅ ਨੂੰ ਕਿਵੇਂ ਬਰਕਰਾਰ ਰੱਖਣਾ ਹੈ। ਭਾਵੇਂ ਪਿਤਾ ਜੀ ਕ੍ਰੋਧਿਤ ਵੀ ਹੁੰਦੇ ਨੇ, ਪਰ ਆਪਣੇ ਜੀਵਨ ਦਾ ਜਿਹੜਾ ਚੱਜ ਆਚਾਰ ਹੈ, ਆਪਣੇ ਜੀਵਨ ਦੇ ਗੁਣ ਹਨ। ਚਪੇੜਾਂ ਵੀ ਮਾਰੀਆਂ ਪਿਤਾ ਜੀਆਂ ਨੇ ਕਿ ਤੂੰ ਸੱਚਾ ਸੌਦਾ ਕਿਉਂ ਕਰਕੇ ਆਇਆ, ਕਿ ਪੈਸੇ ਗਵਾ ਕੇ ਆ ਗਿਆ। ਪਰ ਉਸ ਵੇਲੇ ਸਮਝ ਨਹੀਂ ਸੀ ਆਈ। ਜਦੋਂ ਸਮਝ ਆ ਗਈ, ਅੱਜ ਗੁਰੂ ਸਾਹਿਬ ਨੇ ਭਰਮ ਦਾ ਪਰਦਾ ਕੱਟ ਦਿੱਤਾ। ਅੱਜ ਬਚਨ ਗਏ ਪਿਤਾ ਕਾਲੂ ਜੀ ਨੇ, ਕਹਿੰਦੇ ਤੁਸੀਂ ਤਾਂ ਦੀਨ ਦਿਆਲ ਮਹਾਪੁਰਖ ਹੋ, ਮੇਰੇ ਤੇ ਵੀ ਰਹਿਮਤ ਕਰਦੇ ਹੋ। ਜਿਹੜੀ ਕਿਰਪਾ ਤੁਸੀਂ ਸੰਸਾਰ ਦੇ ਜੀਵਾਂ ਤੇ ਕਰਦੇ ਹੋ, ਉਹ ਕਿਰਪਾ ਮੇਰੇ ਤੇ ਵੀ ਕਰਨੀ ਕਰੋ। ਜਿਹ ਤੇ ਜਨਮ ਮਰਨ ਹੈ ਹਾਨਾ, ਉਪਜੇ ਅਵਚਲ ਆਨੰਦ ਮਹਾਨਾ। ਪਿਤਾ ਜੀ ਕਹਿੰਦੇ ਐਸੀ ਕਿਰਪਾ ਕਰੋ, ਮੇਰਾ ਜਨਮ ਮਰਨ ਕੱਟਿਆ ਜਾਵੇ, ਮੇਰੇ ਹਿਰਦੇ ਵਿੱਚ ਆਨੰਦ ਆ ਜਾਏ। ਕਿਉਂਕਿ ਸੁੱਖ ਵਾਸਤੇ, ਆਨੰਦ ਵਾਸਤੇ ਬੜਾ ਕੁਝ ਕੀਤਾ ਹੈ, ਪਰ ਜਿਹੜਾ ਆਨੰਦ ਅਸਲੀ ਹੈ ਉਹ ਤੁਸੀਂ ਦੇ ਸਕਦੇ ਹੋ। ਮੈਂ ਹਾਂ ਕੌਣ ਮੋਹਿ ਸੁਧ ਨਾਹੀ, ਰਹਿਓ ਹਰਿ ਕੋ ਸੋਗ ਕੇ ਮਾਹੀ। ਹੁਣ ਵੇਖੋ, ਜਦੋਂ ਹੀ ਗੁਰੂ ਕੀ ਕਿਰਪਾ ਦ੍ਰਿਸ਼ਟੀ ਹੋਈ, ਇਹ ਗੁਰੂ ਕੀ ਰਹਿਮਤ ਪਤਾ ਨਹੀਂ ਕਦੋਂ ਕਿਸ ਤੇ ਹੋ ਜਾਏ, ਜੀਵਨ ਨੂੰ ਬਿਲਕੁਲ ਹੀ ਬਦਲ ਕੇ ਰੱਖ ਦਿੰਦਾ ਹੈ ਜਿਸ ਵੇਲੇ ਗੁਰੂ ਸਾਹਿਬ ਦੀਆਂ ਰਹਿਮਤਾਂ ਹੋ ਜਾਣ। ਇਹ ਐਵੇਂ ਗੱਲਾਂ ਕਹਿਣ ਦੀਆਂ ਨਹੀਂ, ਇਤਿਹਾਸ ਕਹਿੰਦਾ ਹੈ। ਸੱਜਣ ਠੱਗ ਵਰਗਿਆਂ ਨੇ ਪਤਾ ਨਹੀਂ ਕਿੰਨੇ ਕੁ ਮਹਾਂਪੁਰਖਾਂ ਦੀ ਸੰਗਤ ਤਾਂ ਕੀਤੀ ਹੋਏਗੀ, ਪਰ ਸੁਭਾਅ ਨਹੀਂ ਸੀ ਉਹਦਾ ਬਦਲਿਆ।
ਵਿਖਣ ਨੂੰ ਕੁਝ ਹੋਰ ਸੀ ਤੇ ਹੈ ਅਸਲ ਵਿੱਚ ਕੁਝ ਹੋਰ ਸੀ। ਗੁਰੂ ਕੇ ਮੁਖ ਵਿੱਚੋਂ ਇੱਕੋ ਹੀ ਸ਼ਬਦ ਸੁਣਿਆ, ਇੱਕ ਸ਼ਬਦ ਨੇ ਉਹਦੀ ਕਾਇਆ ਪਲਟ ਦਿੱਤੀ। ਕੱਲਾ ਉਹ ਬਦਲਿਆ ਹੀ ਨਹੀਂ, ਆਪਣੇ ਗੁਨਾਹ ਕਬੂਲ ਕਰ ਲਏ। ਗੁਰੂ ਨਾਨਕ ਸਾਹਿਬ ਦੇ ਸਾਹਮਣੇ ਆ ਕੇ ਦੱਸ ਦਿੱਤਾ। ਕਹਿਣ ਲੱਗਾ, ਜੀ ਮੈਂ ਦੇਖਣ ਨੂੰ ਸੱਜਣ ਦਿਖਦਾ ਪਰ ਸੱਜਣ ਹੈ ਨਹੀਂ। ਮੇਰੇ ਕਰਮ ਇਹ ਨੇ, ਕਿਰਪਾ ਕਰੋ ਮੈਨੂੰ ਮਾਫ ਕਰ ਦਿਓ, ਮੈਨੂੰ ਸਿੱਧੇ ਰਾਹੇ ਪਾਓ। ਕੌਡਾ ਰਾਖਸ ਵਰਗਾ ਕਾਤਲ ਮਨੁੱਖ, ਜਿਹੜਾ ਮਨੁੱਖਾਂ ਦਾ ਮਾਸ ਵੀ ਖਾਂਦਾ ਸੀ, ਕਿੱਡਾ ਖਤਰਨਾਕ ਹੋਏਗਾ। ਪਰ ਜਦੋਂ ਗੁਰੂ ਕੇ ਬਚਨ ਉਹਨੇ ਸੁਣ ਲਏ, ਪ੍ਰੇਮ ਨਾਲ ਗੁਰੂ ਕੀ ਰਹਿਮਤ ਮਾਣ ਲਈ, ਤੇ ਭਾਈ ਕੌਡਾ ਬਣ ਗਿਆ, ਸੰਗਤਾਂ ਨੂੰ ਉਪਦੇਸ਼ ਦੇਣ ਵਾਲਾ ਬਣ ਗਿਆ। ਗੁਰੂ ਅੱਜ ਵੀ ਕਿਰਪਾ ਕਰਦਾ ਹੈ, ਜੇ ਗੁਰੂ ਕੇ ਬਚਨਾਂ ਨੂੰ ਕੋਈ ਪ੍ਰੇਮ ਨਾਲ ਸੁਣੇ ਤੇ ਮੰਨੇ। ਅੱਜ ਵੀ ਬੰਦੇ ਦਾ ਸੁਭਾਅ ਬਦਲ ਜਾਂਦਾ, ਪਰ ਦਿਖਾਵੇ ਮਾਤਰ ਨਾ ਹੋਵੇ। ਬੰਦਾ ਮਨੋਂ ਜੁੜ ਕੇ ਕਿਤੇ ਗੁਰੂ ਕੇ ਬਾਣੀ ਨਾਲ, ਪ੍ਰੇਮ ਨਾਲ, ਬਚਨਾਂ ਤੇ ਚੱਲਣਾ ਆਰੰਭ ਕਰ ਦਵੇ, ਉਹਦੇ ਜੀਵਨ ਵਿੱਚ ਸੋਝੀ ਆ ਜਾਂਦੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਿਤਾ ਜੀ ਕਹਿੰਦੇ ਨੇ, ਮੈਂ ਹਉ ਕੌਣ ਮੋਹੇ ਸੁਧ ਨਾਹੀ। ਪਿਤਾ ਕਾਲੂ ਜੀ ਕਹਿੰਦੇ, ਜੀ ਮੈਨੂੰ ਆਪਣੇ ਆਪ ਦੀ ਕੋਈ ਸੋਝੀ ਨਹੀਂ। ਕਿਉਂਕਿ ਇਹ ਗੱਲਾਂ ਅਸੀਂ ਆਮ ਤੌਰ ਤੇ ਸੰਸਾਰੀ ਜੀਵਨ ਵਿੱਚ ਵੀ ਵਰਤਦੇ ਹਾਂ। ਮੈਂ ਫਲਾਣੇ ਨੂੰ ਵੀ ਜਾਣਦਾ, ਫਲਾਣਾ ਕੀ ਕਰਦਾ ਮੈਂ ਉਹਦੇ ਬਾਰੇ ਵੀ ਜਾਣਦਾ। ਬੰਦਾ ਕਹਿੰਦਾ, ਜੀ ਮੈਂ ਇਕੱਲੇ ਬੰਦੇ ਬਾਰੇ ਜਾਣਦਾ, ਕੌਣ ਕਿਸ ਤਰ੍ਹਾਂ ਦਾ ਹੈ, ਕਿਵੇਂ ਦਾ ਹੈ, ਕੀ ਇਹ ਕਰਦਾ ਹੈ, ਕੀ ਨਹੀਂ ਕਰਦਾ। ਅਸੀਂ ਹੋਰਾਂ ਬਾਰੇ ਬੜਾ ਕੁਝ ਜਾਣਦੇ ਹਾਂ, ਪਰ ਸੱਚ ਇਹ ਹੈ ਅਸੀਂ ਆਪਣੇ ਬਾਰੇ ਕੁਝ ਵੀ ਨਹੀਂ ਜਾਣਦੇ। ਅਸੀਂ ਆਪਣੇ ਆਪ ਨੂੰ ਨਹੀਂ ਜਾਣਨ ਦੀ ਕੋਸ਼ਿਸ਼ ਕੀਤੀ। ਦੂਸਰੇ ਬੰਦੇ ਦਾ ਅਸੀਂ ਸੁਭਾਅ ਵੀ ਜਾਣ ਲੈਂਦੇ ਹਾਂ, ਬੰਦੇ ਦਾ ਸੁਭਾਅ ਇਸ ਤਰ੍ਹਾਂ ਦਾ ਹੈ, ਇਹਨੂੰ ਕਿਹੜੀ ਚੀਜ਼ ਪਸੰਦ ਹੈ ਇਹ ਵੀ ਸਾਨੂੰ ਪਤਾ ਲੱਗ ਜਾਂਦਾ ਹੈ। ਇਹਦੇ ਜੀਵਨ ਵਿੱਚ ਕੀ ਕਮੀਆਂ ਨੇ ਇਹ ਵੀ ਅਸੀਂ ਦੇਖ ਲੈਂਦੇ ਹਾਂ, ਪਰ ਆਪਣੇ ਵਿੱਚ ਕੀ ਕਮੀ ਹੈ, ਕਿਹੜੇ ਔਗਣ ਨੇ, ਕਿਹੜੀਆਂ ਗੱਲਾਂ ਜਿਹੜੀਆਂ ਨੇ ਸਾਨੂੰ ਰੱਬ ਤੋਂ ਦੂਰ ਕਰਦੀਆਂ ਨੇ, ਸਾਨੂੰ ਨਹੀਂ ਆਪਣੇ ਆਪ ਦੇ ਬਾਰੇ ਪਤਾ। ਕਿਉਂਕਿ ਆਪਣੇ ਆਪ ਨਾਲ ਪਹਿਚਾਣ ਹੀ ਨਹੀਂ ਕੀਤੀ ਕਦੇ। ਔਗਣ ਵੇਖਦੇ ਆ ਪਰ ਦੂਸਰਿਆਂ ਦੇ ਹੀ ਵੇਖਦੇ ਨੇ, ਆਪਣਾ ਔਗਣ ਨਹੀਂ ਵਿਖਦਾ। ਇਸੇ ਕਰਕੇ ਕਿਹਾ ਦੀਵੇ ਥੱਲੇ ਹਨੇਰਾ ਹੁੰਦਾ। ਬੰਦੇ ਨੂੰ ਆਪਣੀਆਂ ਘਾਟਾਂ ਨਹੀਂ ਵਿਖਦੀਆਂ, ਆਪਣੇ ਆਪ ਬਾਰੇ ਨਹੀਂ ਬੰਦਾ ਜਾਣਦਾ। ਦੂਸਰਿਆਂ ਬਾਰੇ ਬੰਦਾ ਕਹਿੰਦਾ, ਜੀ ਮਾਣ ਨਾਲ ਕਹਿੰਦਾ ਮੈਂ ਬੜਾ ਕੁਝ ਜਾਣਦਾ ਦੂਸਰਿਆਂ ਬਾਰੇ। ਪਰ ਸਾਹਿਬ ਨੇ ਕਿਹਾ ਆਪਣੇ ਆਪ ਬਾਰੇ ਵੀ ਜਾਣ, ਗੁਣਾਂ ਨੂੰ ਵੇਖ, ਔਗਣਾਂ ਨੂੰ ਵੇਖ, ਆਪਣੇ ਅੰਦਰ ਕਿਹੜੀਆਂ ਘਾਟਾਂ। ਪਿਤਾ ਕਾਲੂ ਜੀ ਨੇ ਜਿਹੜੇ ਬਚਨ ਕਹੇ, ਕਹਿੰਦੇ ਮੈਂ ਹਉ ਕੌਣ ਮੋਹੇ ਸੁਧ ਨਾਹੀ। ਇਹ ਪੁੱਤਰ ਜੀ, ਇਹ ਨਾਨਕ ਜੀ, ਮੈਨੂੰ ਆਪਣੇ ਆਪ ਬਾਰੇ ਨਹੀਂ ਪਤਾ, ਮੈਂ ਹੈ ਕੌਣ, ਅਸਲੀਅਤ ਕੀ ਹੈ। ਕਿਉਂਕਿ ਵੈਸੇ ਤਾਂ ਹੁਣ ਪਤਾ ਹੀ ਹੈ ਉਹਨਾਂ ਨੂੰ ਕਿ ਮੇਰਾ ਨਾਮ ਮਹਿਤਾ ਕਾਲੂ ਹੈ। ਲੋਕੀ ਪਟਵਾਰੀ ਕਹਿ ਕੇ ਬੁਲਾਉਂਦੇ ਨੇ, ਇੰਨਾ ਤਾਂ ਬੰਦੇ ਨੂੰ ਪਤਾ ਹੈ, ਪਰ ਅਸਲ ਵਿੱਚ ਹੈ ਕੀ ਹਾਂ ਅਸੀਂ, ਸਾਡਾ ਮੂਲ ਕੀ ਹੈ, ਜਿਹਨੂੰ ਗੁਰੂ ਨੇ ਬਾਣੀ 'ਚ ਕਿਹਾ ਹੈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਇਹ ਮੇਰੇ ਮਨ, ਕਿਤੇ ਆਪਣੇ ਆਪ ਬਾਰੇ ਸੋਚ ਕੇ ਤਾਂ ਵੇਖ, ਤੇਰਾ ਮੂਲ ਕੀ ਹੈ, ਉਪਜਿਆ ਕਿੱਥੋਂ ਹੈ, ਆਇਆ ਕਿੱਥੋਂ ਹੈ, ਕਿਉਂ ਇਹ ਸਾਰਾ ਕੁਝ ਤੇਰੇ ਜੀਵਨ ਵਿੱਚ ਵਰਤ ਰਿਹਾ ਹੈ। ਆਪਣੇ ਆਪੇ ਦੀ ਕਦੇ ਖੋਜ ਨਹੀਂ ਕਰਕੇ ਵੇਖੀ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਸਾਹਿਬ ਕਹਿੰਦੇ ਰੱਬ ਤੇਰੇ ਨਾਲ ਹੈ ਬਿਲਕੁਲ, ਪਰ ਗੁਰੂ ਕੀ ਮੱਤ ਲੈ ਕੇ ਉਹਦਾ ਆਨੰਦ ਤਾਂ ਮਾਣ। ਗੁਰੂ ਕੀ ਮੱਤ ਲੈ ਕੇ ਉਹਨੂੰ ਪਹਿਚਾਨਣ ਦੀ ਕੋਸ਼ਿਸ਼ ਤਾਂ ਕਰ ਕਿ ਉਹ ਕੈਸਾ ਹੈ ਤੇ ਤੇਰੇ ਅੰਦਰ ਕਿਵੇਂ ਵਸਦਾ ਹੈ। ਪਿਤਾ ਜੀ ਕਹਿੰਦੇ ਮੈਨੂੰ ਨਹੀਂ ਪਤਾ ਮੈਂ ਕੌਣ ਆ। ਰਹਿਓ ਹਰਖ ਸੋਗ ਕੇ ਮਾਹੀ, ਮੈਂ ਤਾਂ ਸੰਸਾਰ ਦੇ ਸੁੱਖਾਂ ਤੇ ਦੁੱਖਾਂ ਵਿੱਚ ਹੀ ਫਸਿਆ ਰਿਹਾ। ਸੰਸਾਰ ਦਾ ਸੁੱਖ ਆ ਗਿਆ, ਉਹ ਲੱਗਿਆ ਕਿ ਬਹੁਤ ਭਾਰੀ ਸੁੱਖ ਹੈ ਮੇਰੇ ਜੀਵਨ ਵਿੱਚ, ਕਿਉਂਕਿ ਪਦਾਰਥਾਂ ਦੀ ਸਹੂਲਤ ਨੂੰ ਅਸੀਂ ਸੁੱਖ ਸਮਝਦੇ ਹਾਂ, ਤੇ ਸਹੂਲਤ ਜਿਹੜੀ ਹੈ ਇਹ ਹਮੇਸ਼ਾ ਬਦਲਦੀ ਰਹਿੰਦੀ ਹੈ। ਜਿਹੜੀ ਚੀਜ਼ ਦੀ ਅੱਜ ਸਾਨੂੰ ਸਹੂਲਤ ਹੈ, ਹੋ ਸਕਦਾ ਕੱਲ ਨੂੰ ਉਹਦਾ ਦੁੱਖ ਵੀ ਮਿਲੇ, ਇਹਦੇ ਵਿੱਚ ਬਦਲਾਅ ਆਉਂਦਾ ਰਹੇਗਾ। ਪਿਤਾ ਜੀ ਕਹਿੰਦੇ ਮੈਂ ਸੰਸਾਰ ਦੇ ਸੁੱਖਾਂ ਤੇ ਦੁੱਖਾਂ ਵਿੱਚ ਹੀ ਗਰਸ ਰਿਹਾ, ਮੈਨੂੰ ਅਸਲੀ ਆਨੰਦ ਦੀ ਸਮਝ ਨਹੀਂ ਆਈ। ਇੱਕ ਛਿਨ ਮਨ ਥਿਰ ਹੋਵਤ ਨਾਹੀ, ਵਿਚਰੇ ਰਾਗ ਦੁਆਇਖ ਕੈ ਮਾਹੀ। ਪਿਤਾ ਜੀ ਕਹਿੰਦੇ ਹੇ ਪੁੱਤਰ ਨਾਨਕ ਜੀ, ਜੇ ਸੱਚ ਪੁੱਛੇ ਮੇਰਾ ਮਨ ਇੱਕ ਪਲ ਵਾਸਤੇ ਵੀ ਨਹੀਂ ਟਿਕਦਾ।
मेरा मन नहीं कदे टिकिया, क्योंकि मन टिकना है नाम दे आसरे। वैसे जिहड़ी आपां अज तक दी जिन्नी खोज हुई है मन दे विषय ते बहुत लंबियां खोजां करन वालियां ने एक तत्त कढ़िया कि जिहड़ा ये मन है ये 3 मिनट तो ज़्यादा नहीं टिकता। 3 मिनट जे कोई साधना करे 3 मिनट इनू काबू च करके रख ले, ये बहुत औखा है। अभ्यास नाल भी ये 3 मिनट तो ज़्यादा नहीं टिकता। पर गुरु साहब ने कहा ये मनुआ खिन ना टिकै। अज की खोज ने तो क्या 3 मिनट नहीं टिकता, पर गुरु साहब कहते सच है एक पल भी नहीं टिकता। एक खिन वास्ते भी टिकण वास्ते मन तैयार नहीं, पता नहीं कदों किस पासे दौड़ जाता। असीं इहनूं होर पासे लाउने आ ते ये मन दौड़दा किसी होर पासे। इहदियां उडारियां बहुत लंमेरियां ने। ते पिता जी ने जो वचन कहे, कहने लगे मेरा मन एक पल वास्ते टिकदा नहीं। ते गुरु प्यारिओ जिन्ना मन बेचैन है, जिन्ना ज़्यादा इहदी भज नठ है, उन्ना ही बंदा दुखी है। जिन्नियां ज़्यादा विचारां आउंदियां ने इहदे विच, बहुतियां लालसावां ने, इधर उधर बंदे दा मन ज़्यादा उडारियां मारदा है, उन्ना ही मन साडा सुभाअ बेचैन होया रहिंदा है। सानूं चैन नहीं आउंदी। चैन क्योंकि मन ने नहीं आउण देनी, हर वेले सानूं दौड़ाई रखदा है। इस करके पिता जी कहंदे हर वेले मैं द्वैख कदे प्रेम इहो जे सुभाअ विच ही विचरी जांदा। इस प्रकार लख पित जगे आसा, बोले बचन ज्ञान दे रासा। पिता जी दे हुण अज ज्ञान दी जिग्यासा नूं वेख के, क्योंकि पहलां बचन करदे सन, जदों पुछदे सन की कमाया, जो कमाया उन्होंने संभालना किवें है, पर अज कहते ने ज्ञान दिओ, मैनूं समझ दिओ, मेरा मन टिक जाए। अज ज्ञान की भुख जागी। जिग्यासा नूं वेख के, ख्वाहिश नूं वेख के गुरु नानक साहब महाराज जी ने बड़े प्रेम दे नाल वचन कहे, परमेसर ते बेमुख जोई, मन जो नाम लखीजै सोई। गुरु साहब कहते भाई जिहड़ा भी बंदा परमेसर तो बेमुख है, बेमुख का भाव है परमात्मा के उत्ते भरोसा नहीं जिन्हों। गुरु की बाणी विच भी आपां रोज़ पढ़ते हैं कि जे को गुरु ते बेमुख होवै, बिन सतगुर मुक्त ना पावै। पावै मुक्त ना होरथ है, कोई पुछो विवेकियां जाए। अनेक जोनी भरम आवै, बिन सतगुर मुक्त ना पाए। जिहड़ा बंदा बेमुख हो जाए, बेमुख का भाव है जिहदा मुख गुरु वल नहीं। मुख गुरु वल किहदा भाव, जिहड़ा गुरु के बचन मन्नेगा वह है सन्मुख, जिहड़ा बचन नहीं मनदा वह है बेमुख। ते गुरु साहब कहते परमेसर ते बेमुख जोई, जिहड़ा मन परमेसर तो बेमुख हुंदा है। जे परमेसर वाले पासे मन का मुख हो गया, फिर तो नाम रंग विच रंगिया जाएगा। जे संसार वाले पासे नूं बंदे दा मन है तो संसार दे रंग विच रंगिया जाएगा। गुरु साहब कहते जिहड़ा बंदा परमेसर तो बेमुख है, उहनूं भाई जीवन विच कदे सुख नहीं आउंदा। बचन गुरु की बाणी दे आपां 12 महा जी की बाणी विच पढ़दे हां। साहब कहते परमेसर ते भुलिया, व्यापन सभे रोग। जिहड़ा बंदा रब नूं भुल जाए, परमात्मा तो टुटा होया, जीवन विच सारे रोग उहदे जीवन दे आले दुआले हो जाते। परमेसर ते भुलिया, व्यापन सभे रोग। बेमुख होए राम ते, लगन जन्म विजोग। खिन में कौड़े होए गए, जितने माया भोग। साहब ने कहा माया के जिहड़े पदार्थ जिन्होंने मिठे करके बंदा जानता है, एक पल नहीं लगता, बिल्कुल कौड़े हो जाते। भाव के ये सुख नहीं देंदे फिर चीज़ां जिहड़ियां ने। साहब जी अज समझा रहे ने पिता जी नूं, कवि जी लिखते हैं, कहते पिता जी वो जिहड़ा मन परमात्मा तो बेमुख हो जाए, उस मन नूं फिर परमात्मा कदे दिखदा ही नहीं। जो स्वरूप सन्मुख आवे लागा, भयो अमन सो लखो सुभागा। जिहड़ा मन मालिक जी दे सामने सन्मुख होके रहे, जिहड़ा मन परमात्मा वाले पासे जुड़िया होया है, सतगुरु कहते वो मन भागां वाला समझिए। उस मन विच ही शांति आ सकती है।
क्योंकि संसार दीयां जिन्नियां विकारां भरियां विचारां ने जे मन विच पावांगे तो मन दे विच दुविधा ही पैदा होनी है, मन विच हलचल ही पैदा होनी है। जिहो जिहियां विचारां इहदे विच पाई जावांगे उहो जिहा कुछ इहदे चों निकली जाएगा। जिवें पुराने समय दे विच पंजाब दे विच आपां वेखिआ खेतां विच खूह हुंदे सी पानी वाले, ਉਹ ਖੂਹ ਦੇ ਵਿੱਚ आवाज़ मारो, जे एक आवाज़ मारीए तो ਉਹਦੇ ਵਿੱਚੋਂ 4-4 5-5 ਆਵਾਜ਼ਾਂ ਆਉਂਦੀਆਂ ਸਨ। ਉਹਦੇ ਵਿੱਚੋਂ आवाज़ टकरा के ਜ਼ਮੀਨ ਦੇ ਵਿੱਚੋਂ ਡੂੰਘਾਈ ਚੋਂ ਉਹਦੀ आवाज़ अपनी आवाज़ ਬੰਦੇ ਨੂੰ 4-4 5 ਵਾਰੀ ਸੁਣਨੀ। ਜਿਵੇਂ ਅੱਜ ਕੱਲ੍ਹ ਸਾਊਂਡ ਦਾ ਈਕੋ ਸਿਸਟਮ ਹੁੰਦਾ ਹੈ, ਜੇ ਉਹਨੂੰ ਵਧਾ ਦਈਏ ਇੱਕ ਆਵਾਜ਼ 3-3 4-4 ਵਾਰੀ ਸੁਣਦੀ। ਉਸੇ ਤਰ੍ਹਾਂ ही मन का सुभाव ਇਹਦੇ 'ਚ ਜਿਹੋ जी आवाज़ मारांगे ਉਹੋ जी आवाज़ कई गुणा ਵੱਧ के सुनेगी। ਇਹਦੇ ਪਰਥਾਏ गुरु ने भी वचन किया है, जो पावै भांडे विच वसत सा निकले। ਜਿਹੜਾ कुछ इस भांडे विच पाया मन विच पाया ਉਹੀ कुछ निकलना है। जो पावै भांडे विच वसत सा निकले, क्या कोई करे विचारा। गुरु साहिब कहते कोई की कर सकता है, जो इस भांडे विच पाया मन विच पाया इहनूं विचारां दित्तियां, इहने अग्गों इहने कई कई गुणा वधा के सानूं दस्सण लग पैना। इहदा सुभाव है, जे तां इहनूं शुभ गुणां दीयां विचारां दे दईए, चंगे गुणां दीयां विचारां दे दईए, बाणी नाल जोड़ दईए, इहदे अंदरों शुभ विचारां निकलण लग पैंदियां ने। चंगे गुण, चंगियां विचारां, चंगी सोच बन जाती है। पर जे असीं कहीए ये बंदा किसी नाल ईरखा करन लग पवे, अंदरों मन सिखाउण लग पेगा, इस तरह कर, इस तरह कर, इस तरह कर। एक कोई भी शब्द इहनूं दे दिओ मन नूं ते उहदे परथाए सानूं कई तरीके ते कई राह सानूं दस्सण लग पेगा। बंदे ने झूठ बोलना होवे ते बंदे नूं बहाने भी सिखा दिंदा है, इस तरह का बहाना ला दे, इस तरह झूठ बोल पा। जे इहनूं सच दे रस्ते ते तोरीए, मैं सेवा करनी है, मैं सिमरन करना है, तो अंदरों ही जदों हौली हौली इहदे चों विचारां आउंदियां ने, भाई इस तरह सेवा कर ला, आ भी सेवा तू कर सकदा है, आ भी भले दा कारज कर सकदा है, फिर अंदरों विचारां बदल जांदियां ने। गुरु साहिब कहंदे जिहड़ा मन परमात्मा जी दे सन्मुख रहिंदा है पिता जी, वो मन भागां वाला हुंदा है, उस मन विच शांति पैदा हो जांदी। ज्यों रव विमुख बर्फ हवे जावे, सन्मुख ते सो जल पद पावे। गुरु साहब कहते भाई पिता जी, जिमें जिस पासे सूरज की धुप ना पहुँचती होवे उत्थे की हुंदा, पानी जम जाता। आपां वेखदे हां जिस वेले सर्दियों का मौसम शुरू हो जाना, सर्दी की है, धरती का वो पासा सूरज की धुप तो दूर चला गया, उत्थे धुप नहीं पहुँच रही चंगी तरीके नाल, उत्थे सर्दी हो जाती है। तो जो सर्दी हुंदी है तो पानी की बर्फ बन जाती है। तो गुरु साहब कहते जे सन्मुख हो जाइए सूरज के, जिस पासे सूरज सन्मुख हो जाता है, भाव के सूरज के सामने आ जाती है धरती, वो बर्फ पिघल जाती है। उस तरह ही जिहड़ा हिरदा मालिक तो बेमुख है, वो कठोर हो जाता है बर्फ की तरह। ਉਹਦੇ ਹਿਰਦੇ 'ਚ दया नहीं आउंदी, तरस नहीं आउंदा किसी प्रति, बिल्कुल कठोर, जिन्होंने पत्थर कहा गया। पत्थर हिरदे का मालक बन जाता है। उस बंदे के हिरदे ते ना कोई दलील सुनिओ, ना कोई उन्होंने उदाहरण दे के जिन्ना कुछ मर्जी समझाई जाओ, फिर समझदा नहीं। पर जदों वो गुरु के सन्मुख आउंदा है, सन्मुख कदों आएगा, सन्मुख आके जदों गुरु की संगत विच बैठेगा, गुरु के बचनां नाल सांझ बनाएगा, प्रेम नाल बैठ के कते आप गुरु की बाणी नूं पढ़ेगा, फिर कोशिश करेगा मैं कित्थे खड़ा ते गुरु साहब की कह रहे हैं मैनूं। जदों सन्मुख हो गया, कठोर हिरदा पिघलना शुरू हो जाएगा, जिवें बर्फ पिघल जाती है सूरज की गर्मी दे नाल। गुरु की बाणी दे प्रताप नाल, गुरु के ज्ञान दे नाल कठोर हिरदियां दे मालक भी पिघल जाते हैं, उन्हां दे अंदर भी शुभ गुण पैदा हो जाते हैं। त्यों इस मन की लख गत लीजै, परमेश्वर दिस दृढ़ सो कीजै। गुरु साहब कहते पिता जी, मन के हालात नूं भी इसे तरह ही समझिए। जे मालक वाले पासे मन लग जाए
ਫਿਰ ਮਨ ਜਿਹੜਾ ਹੈ ਸਨਮੁਖ ਹੋ ਕੇ ਪਰਮਾਤਮਾ ਦਾ ਹੀ ਰੂਪ ਬਣ ਜਾਂਦਾ ਹੈ। ਇਹਦੇ ਵਿੱਚ ਹੀ ਗੁਣ ਪੈਦਾ ਹੋ ਜਾਂਦੇ ਨੇ। ਹਰਖ ਸੋਗ ਪੁਣ ਰਾਗ ਜੋ ਦੁਆਖਾ, ਤਿਨ ਤੇ ਹਵੇ ਹੈ ਸਥਿਰ ਵਸੇਖਾ। ਜਦੋਂ ਮਨ ਪਰਮਾਤਮਾ ਜੀ ਵਾਲੇ ਪਾਸੇ ਜੁੜ ਜਾਏ ਫਿਰ ਬੰਦਾ ਖੁਸ਼ੀਆਂ ਵਿੱਚ ਪੈ ਕੇ ਖੁਆਰ ਨਹੀਂ ਹੁੰਦਾ, ਗਮੀਆਂ ਤੇ ਦੁੱਖਾਂ ਵਿੱਚ ਪੈ ਕੇ ਢਹਿੰਦੀ ਕਲਾ ਵਿੱਚ ਨਹੀਂ ਜਾਂਦਾ, ਈਰਖਾ ਤੋਂ ਸੰਸਾਰ ਦੇ ਮੋਹ ਤੋਂ ਮਨ ਹਟ ਜਾਂਦਾ ਹੈ ਤੇ ਬਿਲਕੁਲ ਇੱਕ ਬੈਲੈਂਸ ਵਿੱਚ ਆ ਜਾਂਦਾ ਹੈ। ਜਿਹਨੂੰ ਗੁਰੂ ਕੀ ਬਾਣੀ ਨੇ ਕਿਹਾ, ਨਾਨਕ ਭਗਤਾ ਸਦਾ ਵਿਗਾਸ। ਵਿਗਾਸ ਦਾ ਭਾਵ ਹੈ ਬੈਲੈਂਸ ਵਿੱਚ, ਇੱਕ ਟਿਕਾ ਵਿੱਚ, ਇੱਕ ਖੇੜੇ ਵਿੱਚ ਰਹਿਣ ਲੱਗ ਪਿਆ। ਉੱਥੇ ਖੁਸ਼ੀ ਗਮੀ ਨਹੀਂ ਪਹੁੰਚਦੀ। ਅਸੀਂ ਤਾਂ ਜਦੋਂ, ਕਿਉਂਕਿ ਗੁਰੂ ਸਾਹਿਬ ਨੇ ਸਾਰੀਆਂ ਗੱਲਾਂ ਬਾਣੀ 'ਚ ਦੱਸ ਦਿੱਤੀ ਕਿ ਸਾਡਾ ਸੁਭਾਅ ਕੀ ਹੈ, ਸਾਡਾ ਜਿੰਨਾ ਵੀ ਸਾਡੀ ਖੇੜਾ ਹੈ, ਸਾਡੀ ਖੁਸ਼ੀ ਹੈ, ਉਹ ਸਾਡੀ ਪਦਾਰਥ ਨਾਲ ਜੁੜੀ ਹੋਈ ਹੈ। ਬੰਦਾ ਨਵੀਂ ਕਰ ਲਿਆ, ਅੱਜ ਵੇਖੋ ਬੜਾ ਖੁਸ਼ ਹੋਇਆ, ਘਰ ਲਿਆ ਨਵਾਂ, ਬਹੁਤ ਖੁਸ਼ੀ ਹੈ ਜੀ, ਬੜਾ ਚਾਅ ਹੈ। ਗੱਡੀ ਤੇ ਕਾਰ ਦੀ ਗੱਲ ਦੂਰ ਛੱਡੀਏ, ਜੇ ਬੰਦੇ ਦੀ ਜੇਬ ਵਿੱਚ 4 ਰੁਪਈਏ ਜ਼ਿਆਦਾ ਆ ਜਾਣ ਤੇ ਉਹਦੇ ਚਿਹਰੇ ਦੀ ਰੌਣਕ ਵੱਖਰੀ ਹੁੰਦੀ। ਤੇ ਗੁਰੂ ਸਾਹਿਬ ਨੇ ਕਿਹਾ ਜਦੋਂ ਕੋਈ ਚਲਾ ਜਾਏ, ਥੋੜਾ ਵੀ ਚਲਾ ਜਾਏ, ਤੇ ਫਿਰ ਵੇਖੋ ਉਹੀ ਚਿਹਰਾ ਜਿਹੜਾ ਕੱਲ ਖਿੜਿਆ ਹੋਇਆ ਸੀ, ਬੜਾ ਖੁਸ਼ ਨਜ਼ਰ ਆ ਰਿਹਾ ਸੀ, ਤੇ ਅੱਜ ਉਹੀ ਚਿਹਰਾ ਮੁਰਝਾਇਆ ਹੋਇਆ। ਪੁੱਛੋ ਕੀ ਹੋਇਆ? ਬਸ ਜੀ ਕੀ ਹੋਇਆ, ਘਾਟਾ ਪੈ ਗਿਆ ਬਹੁਤ, ਅੱਜ ਇਹ ਮਿਲਿਆ ਨਹੀਂ ਕੁਝ। ਸਾਡਾ ਜੀਵਨ ਜਿਹੜਾ ਹੈ ਨਾਮ ਦੇ ਆਸਰੇ ਨਾ ਹੋਣ ਕਰਕੇ, ਸੰਸਾਰ ਦੇ ਪਦਾਰਥਾਂ ਨਾਲ ਜੁੜਿਆ ਹੋਣ ਕਰਕੇ, ਪਦਾਰਥ ਜਦੋਂ ਆਉਂਦੇ ਨੇ ਤੇ ਖੁਸ਼ ਹੋ ਜਾਂਦੇ ਆ, ਜਦੋਂ ਕੁਝ ਘਟ ਜਾਏ ਤੇ ਦੁਖੀ ਹੋ ਜਾਂਦੇ। ਤੇ ਗੁਰੂ ਸਾਹਿਬ ਨੇ ਕਿਹਾ, ਜਬ ਕਛ ਪਾਵੈ ਤਬ ਗਰਭ ਕਰਤ ਹੈ। ਜਦੋਂ ਕੁਝ ਮਿਲਿਆ ਉਦੋਂ ਕਿਹਾ ਜੀ ਮੇਰੇ ਕੋਲੇ ਬੜਾ ਕੁਝ ਹੈ, ਹੰਕਾਰੀ ਹੋ ਗਿਆ। ਜਬ ਕਛ ਪਾਵੈ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਨ ਲਗਤ ਹੈ। ਜਦੋਂ ਕੁਝ ਚਲਾ ਗਿਆ, ਕੁਝ ਆਪਣੇ ਪਾਸ ਤੋਂ ਕੁਝ ਘਟ ਗਿਆ ਤੇ ਬੰਦਾ ਰੋਣ ਲੱਗ ਪਿਆ। ਉਸੇ ਵੇਲੇ ਰੋਣੇ ਸ਼ੁਰੂ ਹੋ ਜਾਣਗੇ ਬੰਦੇ ਦੇ, ਬਸ ਜੀ ਜ਼ਿੰਦਗੀ ਕਾਹਦੀ ਹੈ, ਕੁਝ ਨਹੀਂ, ਇੱਥੇ ਧੱਕੇ ਹੀ ਖਾ ਰਹੇ ਆ। ਫਿਰ ਬੰਦੇ ਦੇ ਸ਼ਬਦ ਹੀ ਬਦਲ ਜਾਂਦੇ। ਜਬ ਕਛ ਪਾਵੇ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਨ ਲਗਤ ਹੈ। ਸਾਹਿਬ ਕਹਿੰਦੇ ਵੇਖੋ ਇਹ ਕੈਸੇ ਹਾਲਾਤ ਨੇ। ਇਹ ਬਿੰਦਾ ਹੈ ਮਿੱਟੀ ਦਾ ਪੁਤਲਾ, ਪਰ ਜਦੋਂ ਕੁਝ ਮਿਲਦਾ ਹੈ ਤੇ ਉਦੋਂ ਹੱਸਦਾ ਫਿਰਦਾ ਹੈ, ਨੱਚਦਾ ਹੈ। ਮਾਟੀ ਕੋ ਪੁਤਰਾ ਕੈਸੇ ਨਚਤ ਹੈ, ਦੇਖੇ ਦੇਖੇ ਸੁਣੇ ਬੋਲੇ ਦੌੜਿਓ ਫਿਰਤ ਹੈ ਮਿੱਟੀ ਦਾ ਹੀ ਪੁਤਲਾ ਹੈ। ਪਰ ਸਤਿਗੁਰੂ ਕਹਿੰਦੇ ਦੇਖ ਰਹੇ ਆ ਇੱਧਰ ਉੱਧਰ, ਦੌੜੇ ਫਿਰਦੇ ਆ। ਜਦੋਂ ਕੁਝ ਮਿਲ ਜਾਏ ਫਿਰ ਖੁਸ਼ ਹੋ ਜਾਈਦਾ, ਜਦੋਂ ਕੁਝ ਚਲਾ ਜਾਏ ਫਿਰ ਦੁਖੀ ਹੋ ਜਾਈਦਾ। ਅੱਜ ਖੁਸ਼ੀ ਮਨਾ ਰਹੇ ਸੀ, ਘੰਟੇ ਬਾਅਦ ਹੀ ਬੰਦਾ ਦੁਖੀ ਹੋ ਜਾਂਦਾ ਹੈ। ਇਹਦਾ ਮਤਲਬ ਸਥਿਰ ਨਹੀਂ ਹੈ ਜੀਵਨ, ਟਿਕਾ ਨਹੀਂ ਹੈ। ਤੇ ਗੁਰੂ ਸਾਹਿਬ ਕਹਿੰਦੇ ਪਿਤਾ ਜੀ ਇਹ ਟਿਕਾ ਤਾਂ ਹੋਣਾ ਹੈ ਜੇ ਮਨ ਟਿਕੇ ਹੋਏ ਪਰਮਾਤਮਾ ਜੀ ਨਾਲ ਜੁੜ ਜਾਏ। ਪਰਮਾਤਮਾ ਜੀ ਨਾ ਕਦੇ ਬਹੁਤੇ ਖੁਸ਼ ਨੇ ਨਾ ਦੁਖੀ ਨੇ, ਉਹਨਾਂ ਦਾ ਜੀਵਨ ਵਿਗਾਸ ਵਿੱਚ ਹੈ। ਉਹਦੇ ਭਗਤਾਂ ਦਾ ਜੀਵਨ ਵੀ ਵਿਗਾਸ ਭਾਵ ਕੇ ਖੇੜੇ ਵਿੱਚ ਰਹਿੰਦਾ ਹੈ। ਜਿਹੜੇ ਪਿਆਰਿਆਂ ਨੂੰ ਨਾਮ ਦਾ ਆਸਰਾ ਹੋ ਜਾਏ, ਉਹ ਨਾਮ ਦੇ ਆਸਰੇ ਤੇ ਸੰਸਾਰੀ ਪਦਾਰਥਾਂ ਦੀ ਖੁਸ਼ੀ ਗਮੀ ਤੋਂ ਉੱਚੇ ਉੱਠ ਜਾਂਦੇ ਨੇ। ਉਹ ਨਾ ਬਹੁਤਾ ਪਾਉਣ ਦੀ ਬਹੁਤੀ ਜ਼ਿਆਦਾ ਹੰਕਾਰੀ ਹੁੰਦੇ ਨੇ, ਨਾ ਜੇ ਕੋਈ ਚਲਾ ਜਾਏ ਫਿਰ ਜੀਵਨ 'ਚ ਕਦੇ ਬਹੁਤੇ ਢਹਿੰਦੀ ਕਲਾ ਵਿੱਚ ਹੀ ਜਾਂਦੇ ਨੇ। ਧਰਨੀ ਸਰਬ ਵਿਖੇ ਜਲ ਜੈਸੇ, ਪਰਮਾਤਮਾ ਰਹਿਓ ਪੂਰ ਸੋ ਐਸੇ। ਗੁਰੂ ਸਾਹਿਬ ਕਹਿੰਦੇ ਪਿਤਾ ਜੀ ਸਾਰੀ ਧਰਤੀ ਦੇ ਵਿੱਚ ਜਲ ਹੈ। ਜਿੱਥੇ ਵੀ ਆਪਾਂ ਧਰਤੀ ਵੇਖਦੇ ਹਾਂ ਇਹਦੇ 'ਚ ਪਾਣੀ ਹੁੰਦਾ ਹੈ, ਪਰ ਇਹ ਸਾਰੀ ਜਗ੍ਹਾ ਤੇ ਦਿਖਦਾ ਨਹੀਂ, ਉਹਨੂੰ ਲੱਭਣਾ ਪੈਂਦਾ ਹੈ, ਉਹਦੀ ਖੋਜ ਕਰਨੀ ਪੈਂਦੀ ਹੈ। ਜੇ ਹੁਣ ਅਸੀਂ ਕਹਿ ਦਈਏ ਜੀ ਇੱਥੇ ਧਰਤੀ 'ਚ ਹੇਠਾਂ ਪਾਣੀ ਹੈ, ਤੇ ਸਾਡੇ ਵਰਗਾ ਕੋਈ ਕਹੇ ਜੀ ਝੂਠ ਬੋਲਦੇ ਹੋ ਤੁਸੀਂ, ਤਾਂ ਇੱਥੇ ਪਾਣੀ ਹੈ ਹੀ। ਉਹਦੇ ਵਾਸਤੇ ਤਾਂ ਫਿਰ ਇੱਥੇ ਡਰਿਲ ਕਰਨਾ ਪਏਗਾ, ਪੁੱਟਣਾ ਪਏਗਾ ਜ਼ਮੀਨ ਨੂੰ, ਤਾਂ ਹੇਠੋਂ ਜਾ ਕੇ ਪਾਣੀ ਨਿਕਲੇਗਾ। ਫਿਰ ਬੰਦਾ ਕਹਿੰਦਾ ਹਾਂਜੀ ਹੈਗਾ ਸੀ ਪਰ ਮਿਹਨਤ ਕਰਨੀ ਪਈ। ਹੁਣ ਪਰਮਾਤਮਾ ਗੁਰੂ ਸਾਹਿਬ ਕਹਿੰਦੇ ਸਾਰੀ ਜਗ੍ਹਾ ਹੀ ਹੈ, ਪਰ ਉਹਦੇ ਪਾਉਣ ਵਾਸਤੇ, ਉਹਦੇ ਨਾਲ ਪਹਿਚਾਣ ਬਣਾਉਣ ਵਾਸਤੇ ਮਿਹਨਤ ਕਰਨੀ ਪੈਂਦੀ ਹੈ, ਖੋਜਣਾ ਪੈਂਦਾ ਉਸ ਵਾਹਿਗੁਰੂ ਨੂੰ ਵੀ। ਬਿਨਾਂ ਖੋਜੇ ਕੁਝ ਨਹੀਂ ਮਿਲਦਾ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਪਿਤਾ ਜੀ ਸਾਰੀ ਧਰਤੀ ਵਿੱਚ ਜਲ ਹੈ, ਉਸੇ ਤਰ੍ਹਾਂ ਪਰਮਾਤਮਾ ਵੀ ਸਾਰੀ ਜਗ੍ਹਾ ਪਰਿਪੂਰਨ ਹੈ,
पर उन्होंने खोजना पैंदा है, ਉਹਦੇ ਨਾਲ ਸਾਂਝ ਬਣਾਉਣੀ ਪੈਂਦੀ ਹੈ। तुम जे कहो न देत दिसाई, सो विद नेकी देहो बताई। गुरु साहब कहते ये सुभाव सारिਆਂ ਦਾ ही है। बंदा कहता जी रब दिखता तो है नहीं, मैनू तो किते दिखिया नहीं। सारे ही कहते हैं, पर गुरु साहब जी कहते परमात्मा जी नूं महसूस करना पैंदा है। ज्ञानी को जो हृदय विमल है, तहां प्रगट स्यों होत सो जल है। ਗਿਆਨਵਾਨ ਪੁਰਸ਼ ਦਾ ਹਿਰਦਾ ਜਿਹੜਾ ਹੈ ਬਿਲਕੁਲ ਨਿਰਮਲ ਹੋ ਜਾਂਦਾ ਹੈ। ਇੱਥੇ ਗਿਆਨ ਇੱਕ ਰੁੱਖਾ ਗਿਆਨ ਵੀ ਹੈ ਸੰਸਾਰ ਵਿੱਚ। ਬਹੁਤੇ ਸੰਸਾਰ ਵਿੱਚ ਬੜੇ ਗਿਆਨੀ ਵੀ ਵੈਸੇ ਬਣ ਗਏ, ਉਹ ਗਿਆਨ ਦੇ ਸਦਕਾ ਕਹਿਣ ਲੱਗ ਪਏ ਰੱਬ ਨਾਮ ਦੀ ਕੋਈ ਚੀਜ਼ ਹੈ ਨਹੀਂ। ਆਪਣੇ ਗਿਆਨ ਦੇ ਸਹਾਰੇ ਕਹਿੰਦੇ ਨੇ ਜੀ ਰੱਬ ਤਾਂ ਹੈ ਹੀ ਕੁਝ ਨਹੀਂ। ਪਰ ਸਾਹਿਬ ਨੇ ਕਿਹਾ ਕਿ ਇਹ ਗਿਆਨ ਜਿਹੜਾ, ਇਸ ਗਿਆਨ ਦੀ ਗੱਲ ਨਹੀਂ ਕਰ ਰਹੇ, क्योंकि ज्ञान तो उस बंदे कोल भी बहुत है। डॉक्टर जिहड़ा बंदा बनता है ज्ञान उहदे कोल भी बहुत हुंदा है। कोई इंजीनियर बनिया ज्ञान उहदे कोल भी बहुत हुंदा है। बहुत कुछ पढ़ के उन्होंने ज्ञान लिया, पर वो जे ज्ञान मनुखता दे वास्ते ठीक ना होवे, वो ज्ञान किसी काम का नहीं हुंदा। जे डॉक्टर कोई भी किसी भी फील्ड का कोई भी मनुख है, जे अपने किते प्रति ईमानदार नहीं, अपनी ड्यूटी प्रति ईमानदार नहीं, अपने फर्जां प्रति ईमानदार नहीं, तो उहदे ज्ञान नूं फिर ज्ञान नहीं कहा जाएगा। इत्थे बाहरले ज्ञान की गल नहीं, इत्थे बाहरले डिग्रियां कागजां की गल नहीं, इत्थे अंदरले ज्ञान की गल है। गुरु साहब कहते जिहड़ा आत्म ज्ञानी हो जाता है, उहदा हिरदा निर्मल हो जाता है। ते बाहरले जिन्हां कोले जिथे असीं बाहरले ज्ञान की गल करांगे, उस लैवल ते तां फिर असीं बहुत पढ़े लिखे लोग बहुत वड्डे वड्डे गलत काम करते वेख लवांगे, जिन्होंने असीं ज्ञानवान कहते हैं। इत्थे डॉक्टर भी लोगों के शरीर के अंग कढ़ कढ़ के वेची जाते हैं। ये भी असीं देखिया। हुण पढ़े लिखे तो ज्ञान तो उन्हां कोल भी है, ते वड्डियां वड्डियां पोस्टां ते बैठे लोग बेईमानियां कर लेंदे ने। है ज्ञान उन्हां कोल संसारी है, आत्मिक ज्ञान नहीं। ते जिहड़ा कल्ला संसारी ज्ञान है, किताबां दा ज्ञान है, जे इहदी सदवरतों ना होई, ये बंदे नूं कुराहे भी पा दिंदा है। उहदे नाल हिरदा निर्मल नहीं हुंदा। निर्मल हिरदा आत्मिक ज्ञान नाल हुंदा है, अपने आप की समझ नाल हुंदा है। जदों अपने आप दे बारे पता होवे, मालक जी दे गुणां दा पता होवे, फिर बंदे दे अंदरों हिरदे विचों निर्मल पानी दे झरने वांग ज्ञान निकलदा है, सच्ची समझ निकलदी है। हुण बाबा कबीर जी वर्गियां दे, बाबा रविदास जी, बाबा फरीद जी वर्गियां दे हिरदे चों ज्ञान प्रगट होया। उन्हां दे ज्ञान ने अज तक लुकाई दा भलाई कीता है। जिहड़ा ज्ञान उन्हां दे हिरदियां चों निकलिया, मनुखता दे भले वास्ते निकलिया, हरेक मनुख नूं सीधे राहे पाउण वास्ते निकलिया। ते गुरु साहब कहंदे ज्ञानवान पुरषां दे हिरदे विचों ज्ञान जिहड़ा है पानी दे झरने की तरह, जिवें पानी दे झरने जमीन चों निकल आउंदे ने, उस तरह ज्ञानवान पुरषां दे हिरदे दे विचों ज्ञान की प्राप्ति झरने की तरह हो जाती है। ते जिहड़ा जग्यासू हुंदा है, जग्यासू का हिरदा खूह वर्गा हुंदा है, उन्होंने थोड़ी मेहनत करनी पैंदी है, क्योंकि जग्यासा हुंदी है मैं आ भी सीखां, इहदे बारे भी पता लगे। जिवें खूह विचों पानी कड्ढण वास्ते मेहनत करनी पैंदी है, उस तरह जग्यासू दे वास्ते भी ज्ञान लैण वास्ते उन्होंने मेहनत करनी पैंदी। इस तरह गुरु नानक साहब महाराज सच्चे पातशाह जी अपने पिता जी के नाल बचन विलास कर रहे हैं। पिता जी ते गुरु नानक साहब महाराज जी की रब्बी रहमत हो चुकी है, उन्होंने समझ आ गई है जीवन की। इस करके हुण अध्यात्मिक जिहड़े सवाल जवाब हो रहे हैं, आओ अगला प्रसंग आपां कल दे दीवान विच श्रवण करांगे जी। विचारा करदे हैं, बेअंत तरह दी भुल्लां गलतियां हो जांदियां ने। गुरु ते गुरु की संगत बख्शण योग है जी, बख्श लैना। बुलाओ जी फतेह। आखो जी वाहिगुरू जी का खालसा, वाहिगुरू जी की फतेह। सतनाम वाहिगुरू साहिब जी। जेता समुंद सागर मीर भरिया, तेते अवगुण हमारे। दया करो किशोरो पारो, डूबदे पत्थर पावे। ज्ञान ज्ञान कुश परम ज्ञान, आहिन निर्मल करनी।
ਸਾਧ ਸੰਗਤ ਕੈ ਅੰਤਰ ਲਾਭੋ ਦੇਖਨ ਲਗੇ ਜਾਇ ਕਰਨੀ